ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ। ਗੁਰੂ ਗੁਰ ਗੁਰ ਕਰਹੁ ਗੁਰੂ ਹਰਿ ਪਾਈਐ। ਉਦਦ ਗੁਰ ਗਹਿਰ ਗੰਭੀਰ ਬੇਅੰਤ ਹਰ। ਨਾਮ ਨਗ ਹੀਰ ਮਣ ਮਿਲਤ ਲਿਵ ਲਾਈਐ। ਫੁਨ ਗੁਰ ਪਰਮਲ ਸਰਸ ਕਰਤ ਕੰਚਨ ਪਰਸ। ਮੈਲ ਦੁਰਮਤ ਹਿਰਤ ਸ਼ਬਦ ਗੁਰ ਧਿਆਈਐ। ਅੰਮ੍ਰਿਤ ਪ੍ਰਵਾਹ ਛੁਟਕੰਤ ਸਦ ਦੁਆਰ ਜਿਸ। ਗਿਆਨ ਗੁਰ ਬਿਮਲ ਸਰ ਸੰਤ ਸਿੱਖ ਨਾਈਐ। ਨਾਮ ਨਿਰਵਾਣ ਨਿਧਾਨ ਹਰ ਉਰ ਧਰਹੁ। ਗੁਰੂ ਗੁਰ ਗੁਰ ਕਰਹੁ ਗੁਰੂ ਹਰਿ ਪਾਈਐ। ਅੰਮ੍ਰਿਤ ਪ੍ਰਵਾਹ ਛੁਟਕੰਤ ਸਦ ਦੁਆਰ ਜਿਸ। ਗਿਆਨ ਗੁਰ ਬਿਮਲ ਸਰ ਸੰਤ ਸਿੱਖ ਨਾਈਐ। ਨਾਮ ਨਿਰਵਾਣ ਨਿਧਾਨ ਹਰ ਉਰ ਧਰਹੁ। ਗੁਰ 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 ਕਰਹੁ ਗੁਰੂ ਹਰਿ ਪਾਈਐ। ਗੁਰੂ ਗੁਰ ਗੁਰ ਕਰਹੁ ਗੁਰੂ ਹਰਿ ਪਾਈਐ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰ ਤੇ ਸਨਮਾਨਯੋਗ ਚਵਰ ਛਤਰ ਤਖਤ ਦੇ ਮਾਲਕ, ਜੁਗੋ ਜੁਗ ਅਟਲ ਸਰਬ ਸਾਂਝੀਵਾਲਤਾ ਦੇ ਪੈਗੰਬਰ, ਦੀਨ ਅਤੇ ਦੁਨੀਆ ਦੇ ਰਾਖੇ, ਮਨੁੱਖਤਾ ਦੇ ਸਾਂਝੇ ਰਹਿਬਰ, ਗੁਰਤਾ ਗੱਦੀ ਤੇ ਸੁਭਾਈਮਾਨ ਧੰਨ 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 ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਾਹਿਬਾਂ ਦੀ ਅਪਾਰ ਕਿਰਪਾ ਬਖਸ਼ਿਸ਼ ਰਹਿਮਤ ਦਾ ਸਦਕਾ ਆਪ ਸਰਬੱਤ ਗੁਰਸਿੱਖ ਸੰਗਤਾਂ ਗੁਰਦੁਆਰਾ ਸਿੰਘ ਸ਼ਹੀਦਾਂ ਵਿਖੇ ਹਰ ਰੋਜ਼ ਦੀ ਤਰ੍ਹਾਂ ਅੱਜ ਬੰਦੀ ਛੋੜ ਦਿਵਸ ਨੂੰ ਮੁੱਖ ਰੱਖਦੇ ਹੋਏ ਦੂਰ ਦਰਾਡਿਆਂ ਤੋਂ ਇਸ ਪਾਵਨ ਪਵਿੱਤਰ ਅਸਥਾਨ ਤੇ ਪਹੁੰਚ ਕੇ ਗੁਰੂ ਸਾਹਿਬ ਦੇ ਦਰਸ਼ਨ ਦੀਦਾਰ ਕਰ ਰਹੇ ਹੋ, ਗੁਰੂ ਦੀ ਨਿੱਘੀ ਗੋਦ ਦਾ ਆਨੰਦ ਮਾਣ ਰਹੇ ਹੋ। ਵਡਭਾਗੇ ਹੋ, ਧੰਨਤਾ ਦੇ ਯੋਗ ਹੋ। ਰੱਬੀ ਗੁਰਬਾਣੀ ਦੇ ਨਿਤਨੇਮ ਪੜ੍ਹਨ ਸੁਣਨ ਦਾ ਸੁਭਾਗ ਸਮਾਂ ਪ੍ਰਾਪਤ ਹੋਇਆ। ਆਸਾ ਜੀ ਕੀ ਵਾਰ ਦੇ ਕੀਰਤਨ ਆਪ ਜੀ ਨੇ ਬੜੇ ਪਿਆਰ ਸ਼ਰਧਾ ਭਾਵਨਾ ਨਾਲ ਸਰਵਣ ਕੀਤੇ ਹਨ। ਉਪਰੰਤ ਚੱਲ ਰਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਲੜੀਵਾਰ ਕਥਾ, ਗੁਰ ਸ਼ਬਦ ਵਿਚਾਰ ਨਾਲ ਜੁੜਨ ਦਾ ਸੁਭਾਗਾ ਸਮਾਂ ਵੀ ਪ੍ਰਾਪਤ ਹੋਇਆ ਹੈ। ਸ਼ਬਦ ਦੀ ਵਿਚਾਰ ਦੇ ਨਾਲ ਨਾਲ ਅੱਜ ਆਪਾਂ ਸਾਰਿਆਂ ਨੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਦੇ ਚਰਨ ਵੀ ਪਰਸਣੇ ਹਨ। ਬੰਦੀ ਛੋੜ ਦੇ ਇਸ ਪਾਵਨ ਪਵਿੱਤਰ ਇਤਿਹਾਸ ਨਾਲ ਵੀ ਜੁੜਨਾ ਹੈ। ਸੋ ਇਸ ਲਈ ਬੜੇ ਪਿਆਰ ਸਤਿਕਾਰ ਅਦਬ ਨਾਲ ਮਨ ਚਿੱਤ ਬਿਰਤੀਆਂ ਨੂੰ ਇਕਾਗਰ ਕਰਕੇ ਗੁਰੂ ਚਰਨਾਂ ਵਿੱਚ ਬੈਠੀਏ। ਗੁਰੂ ਕੀ ਬਾਤ ਪਾ ਕੇ ਆਪਣੇ ਜੀਵਨ ਜ਼ਿੰਦਗੀ ਦੀਆਂ ਕੁਝ ਘੜੀਆਂ ਪਲਾਂ ਨੂੰ ਸਫਲ ਕਰਨ ਦਾ ਯਤਨ ਕਰੀਏ। ਸਭ ਤੋਂ ਪਹਿਲੇ ਆਪ ਸਰਬੱਤ ਸਿੱਖ ਸੰਗਤਾਂ ਨੂੰ ਬੰਦੀ ਛੋੜ ਦਿਵਸ ਦੀਆਂ ਲੱਖ ਲੱਖ ਵਧਾਈਆਂ ਹੋਣ ਜੀ। ਸਤਿਗੁਰੂ ਹਰ ਤਰ੍ਹਾਂ ਦੀ ਖੁਸ਼ੀ ਆਪ ਜੀ ਨੂੰ ਬਖਸ਼ਿਸ਼ ਕਰਨ, ਘਰਾਂ ਵਿੱਚ ਬਰਕਤਾਂ ਬਖਸ਼ਣ, ਨਾਮ ਦਾਨ ਇਸ਼ਨਾਨ ਸੇਵਾ ਸਿਮਰਨ ਦੀ ਦਾਤ ਆਪ ਜੀ ਨੂੰ ਬਖਸ਼ਿਸ਼ ਕਰ।
ਸਿੱਖ ਧਰਮ ਦੇ ਅੰਦਰ ਕਿਸੇ ਵੀ ਕਿਰਤ ਦੀ ਉਹ ਵਿਸ਼ੇਸ਼ ਪੂਜਾ ਨਹੀਂ ਕੀਤੀ ਜਾਂਦੀ ਕਰਤੇ ਤੋਂ ਇਲਾਵਾ। ਉਸ ਕਰਤੇ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਤੋਂ ਇਲਾਵਾ ਕਿਸੇ ਹੋਰ ਕਿਰਤ ਦੀ ਪੂਜਾ ਨਹੀਂ ਕੀਤੀ ਜਾਂਦੀ, ਕਿਸੇ ਹੋਰ ਚੀਜ਼ ਦੀ ਵਿਸ਼ੇਸ਼ ਪੂਜਾ ਨਹੀਂ ਕੀਤੀ ਜਾਂਦੀ। ਕਰਤੇ ਦੀ ਹੀ ਇਬਾਦਤ ਕੀਤੀ ਜਾਂਦੀ ਹੈ। ਹਰ ਇੱਕ ਮਨੁੱਖ ਦੀ ਜ਼ਿੰਦਗੀ 'ਚ ਇੱਕ ਵਰਤਾਰਾ ਆਮ ਹੀ ਵਰਤਦਾ, ਇੱਕ ਈਮਾਨ ਤੇ ਦੂਜਾ ਗੁਜ਼ਰਾਨ। ਗੁਜ਼ਰਾਨ ਦਾ ਪ੍ਰਬੰਧ ਨਿਰੰਕਾਰ ਆਪ ਹੀ ਸਾਰਾ ਕੁਝ ਕਰ ਦਿੰਦਾ ਹੈ ਤੇ ਉਸ ਦਾ ਸਿਸਟਮ ਵੀ ਅਜਿਹਾ ਹੀ ਹੈ ਕਿ ਪਹਿਲਾਂ ਰਿਜ਼ਕ ਦਾ ਪ੍ਰਬੰਧ ਕਰਦਾ, ਫਿਰ ਉਹ ਜੀਵ ਨੂੰ ਭੇਜਦਾ। ਪਹਿਲੋਂ ਦੇਤਾ ਰਿਜ਼ਕ ਸੰਭਾਹਾ, ਪਿੱਛੋਂ ਦੇਤਾ ਜੰਤ ਉਪਾਹਾ। ਤੁਧ ਜੀਵੜ ਦਾਤਾ ਅਵਰ ਨਾ ਸੁਆਮੀ, ਲਵੈ ਨਾ ਕੋਈ ਲਾਵਣਿਆ। ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਜਿਨ ਜੀਓ ਪਿੰਡ ਦਿੱਤਾ, ਤਿਸ ਕਬਹੂ ਨਾ ਚੇਤੈ, ਜੋ ਦੇਂਦਾ ਰਿਜ਼ਕ ਸੰਭਾਹੇ। ਰਿਜ਼ਕ ਦਾ ਪ੍ਰਬੰਧ ਜੋ ਸਾਨੂੰ ਚਾਹੀਦਾ ਉਹਨੇ ਸਾਰਾ ਕੁਝ ਪਹਿਲਾਂ ਤੈਅ ਕੀਤਾ ਹੋਇਆ। ਪਰ ਫਿਰ ਵੀ ਇਨਸਾਨ, ਇਸ ਕਰਕੇ ਸਿੱਖੀ ਅੰਦਰ ਈਮਾਨ ਦੀ ਗੱਲ ਕੀਤੀ ਜਾਂਦੀ ਹੈ। ਗੁਜ਼ਰਾਨ ਲਈ ਰੱਬ ਤੇ ਭਰੋਸਾ ਕੀਤਾ ਜਾਂਦਾ ਹੈ। ਜਿਸ ਵੀ ਕਿਸੇ ਦਾ ਰੱਬ ਤੇ ਭਰੋਸਾ ਹੋਵੇਗਾ ਉਹ ਗੁਜ਼ਰਾਨ ਵੱਲੋਂ ਬੇਪਰਵਾਹ ਹੋਏਗਾ। ਕਿਰਤ ਅਸੀਂ ਕਰਨੀ ਹੈ, ਮਿਹਨਤ ਅਸੀਂ ਕਰਨੀ ਹੈ, ਉਦਮ ਅਸੀਂ ਕਰਨਾ ਹੈ। ਗੁਰਮਤਿ ਦੇ ਅੰਦਰ, ਸਿੱਖੀ ਦੇ ਅੰਦਰ ਕਿਰਤ ਨੂੰ ਪਹਿਲ ਦਿੱਤੀ ਗਈ ਹੈ। ਕਿਰਤ ਦੀ ਗੱਲ ਪਹਿਲਾਂ। ਇਹ ਨਹੀਂ ਕਿ ਕੰਮ ਕੋਈ ਕਰੀਏ ਨਾ, ਸਿਰਫ ਅੰਦਰ ਬੈਠੇ ਕਹੀ ਜਾਈਏ ਕਿ ਰੱਬ ਆਪਣੇ ਆਪ ਭੇਜੂਗਾ। ਰੱਬ ਨੇ ਸਾਨੂੰ ਸਭ ਕੁਝ ਦਿੱਤਾ ਹੈ। ਕਿਰਤ ਕਰਕੇ ਅਸੀਂ ਆਪਣੇ ਘਰ ਪਰਿਵਾਰ ਦੀ ਗੁਜ਼ਰਾਨ ਨੂੰ ਚਲਾਉਣਾ ਹੈ। ਕਿਰਤ ਤੋਂ ਬਾਗੀ ਨਹੀਂ ਹੋਣਾ, ਕਿਰਤ ਤੋਂ ਭੱਜਣਾ ਨਹੀਂ, ਪਰ ਕਿਰਤ ਦੀ ਪੂਜਾ ਨਹੀਂ, ਪੂਜਾ ਕਰਤੇ ਦੀ ਕਰਨੀ ਹੈ। ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਦੀ ਇਬਾਦਤ ਕਰਨੀ ਹੈ। ਆਮ ਮਨੁੱਖੀ ਸੁਭਾਅ ਦੀ ਕਮਜ਼ੋਰੀ ਹੈ ਕਿ ਜਿੰਨਾ ਫਿਕਰ ਗੁਜ਼ਰਾਨ ਦਾ ਕਰਦਾ ਹੈ ਉਨਾ ਇਹ ਭਗਵਾਨ ਦਾ ਫਿਕਰ ਨਹੀਂ ਕਰਦਾ। ਆਇਆ ਭਗਵਾਨ ਨੂੰ ਮਿਲਣ ਵਾਸਤੇ ਹੈ, ਪਰਮਾਤਮਾ ਨੂੰ ਮਿਲਣ ਵਾਸਤੇ ਹੈ, ਪਰ ਉਪਰਾਲੇ ਸਾਰੇ ਗੁਜ਼ਰਾਨ ਵਾਸਤੇ ਕਰਦਾ। ਜਿਨ ਜੀਓ ਪਿੰਡ ਦਿੱਤਾ, ਤਿਸ ਕਬਹੂ ਨਾ ਚੇਤੈ, ਜੋ ਦੇਂਦਾ ਰਿਜ਼ਕ ਸੰਭਾਹੇ। ਜਿਨ ਇਹ ਪਿੰਡ ਭਾਵਾ ਸਰੀਰ ਦਿੱਤਾ, ਰਿਜ਼ਕ ਦਿੱਤਾ, ਜਿਹਨੇ ਰੱਬੀ ਦਾਤਾਂ ਵਿੱਚੋਂ ਤੈਨੂੰ ਚੇਤਾ ਸ਼ਕਤੀ ਦੀ ਇੱਕ ਦਾਤ ਦਿੱਤੀ, ਇੱਕ ਗੁਣ ਦਿੱਤਾ, ਉਸ ਚਿੱਤ ਵਿੱਚ ਉਸ ਪਰਮਾਤਮਾ ਨੂੰ ਚੇਤੇ ਨਹੀਂ ਕਰਦਾ। ਗੁਜ਼ਰਾਨ ਲਈ ਤਾਂ ਸਭ ਤੋਂ ਵੱਧ ਵਸੀਲਾ ਮਾਇਆ ਦਾ ਹੈ। ਮਾਇਆ ਮਨੁੱਖ ਦੀ ਸਿਮਰਤੀ ਦਾ ਇੱਕ ਅਨਿਖੜਵਾਂ ਅੰਗ ਬਣ ਜਾਂਦੀ ਹੈ। ਇਹ ਰੱਬੀ ਯਾਦ ਨੂੰ ਭੁਲਾ ਕੇ ਮੋਹ ਮਾਇਆ ਦੇ ਵਿੱਚ ਗੁਲਤਾਨ ਹੋ ਕੇ ਜੀਵਨ ਭਰ ਇਨਸਾਨ ਮਾਇਆ ਦੇ ਪਿੱਛੇ ਦੌੜਦਾ ਫਿਰਦਾ ਹੈ ਤੇ ਇਹ ਮਾਇਆ ਦੀ ਜਿਹੜੀ ਤੜਪ ਹੈ, ਪਿਆਸ ਹੈ, ਬੁਝਦੀ ਨਹੀਂ, ਹਰ ਵੇਲੇ ਮਨ ਵਿੱਚ ਰਹਿੰਦੀ ਹੈ। ਜਿਹਨੂੰ ਮਹਾਰਾਜ ਸਾਹਿਬ ਕਹਿੰਦੇ ਆ, ਮਾਇਆ ਮਨੋ ਨਾ ਵਿਸਰੈ, ਮੰਗੈ ਦਾਮਾ ਦਮ, ਸੋ ਪ੍ਰਭ ਚਿਤ ਨਾ ਆਵੀ, ਨਾਨਕ ਨਹੀਂ ਕਰਮ। ਇਹ ਮਾਇਆ ਹਰ ਵੇਲੇ ਯਾਦ ਰਹਿੰਦੀ ਹੈ। ਮਾਇਆ ਦੀ ਦੌੜ ਭੱਜ ਵਿੱਚ ਇਨਸਾਨ ਲੱਗਿਆ ਰਹਿੰਦਾ ਹੈ। ਤੋ ਇਸ ਲਈ ਕੁਝ ਇਨਸਾਨ ਨੇ ਦਿਨ ਨਿਸ਼ਚਿਤ ਕਰ ਲਏ ਜਿਸ ਦਿਨ ਇਹ ਮਾਇਆ ਦੀ ਪੂਜਾ ਕਰਦਾ ਹੈ, ਜਿਸ ਦਿਨ ਇਹ ਲక్ష్ਮੀ ਦੀ ਪੂਜਾ ਕਰਦਾ ਹੈ, ਜਿਸ ਦਿਨ ਇਹ ਸਿਰਫ ਉਸ ਪੈਸੇ ਨੂੰ ਘਰ ਵਿੱਚ ਆ ਜਾਏ ਉਹਦੀ ਹੀ ਪੂਜਾ ਕਰਦਾ ਹੈ। ਗੁਰਮਤਿ ਨੇ ਵਿਸ਼ੇਸ਼ ਤੌਰ ਤੇ ਮਾਇਆ ਦੀ, ਲక్ష్ਮੀ ਦੀ ਪੂਜਾ ਕਰਨ ਦੀ ਕੋਈ ਆਗਿਆ ਨਹੀਂ ਦਿੱਤੀ। ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਦੀ ਪੂਜਾ ਕਰਨੀ ਹੈ, ਉਸੇ ਨੂੰ ਜਪਣਾ, ਉਸੇ ਦਾ ਸ਼ੁਕਰਾਨਾ ਕਰਨਾ, ਉਸੇ ਅੱਗੇ ਅਰਦਾਸ ਕਰਨੀ ਹੈ। ਜਿੰਨੀ ਸਾਨੂੰ ਲੋੜ ਹੈ, ਜਿੰਨਾ ਸਾਡੇ ਕੋਲੇ ਭਾਂਡਾ ਹੈ, ਉਨੀਆਂ ਦਾਤਾਂ ਉਹ ਪਾ ਰਿਹਾ ਹੈ ਤੇ ਪਾਉਂਦਾ ਰਹੇਗਾ। ਪਰ ਸੰਸਾਰਕ ਰੀਤਾਂ ਦੇ ਨਾਲ ਨਾਲ ਇਨਸਾਨ ਵੀ ਕਈ ਵਾਰ ਲక్ష్ਮੀ ਦੀ ਪੂਜਾ ਵਿੱਚ ਲੱਗ ਗਿਆ ਤੇ ਇਹਨੇ ਕੋਈ ਦਿਨ ਨਿਸ਼ਚਿਤ ਕਰ ਲਿਆ ਜਿਸ ਦਿਨ ਇਹ ਵਿਸ਼ੇਸ਼ ਕਰਕੇ ਲక్ష్ਮੀ ਦੀ ਮਾਇਆ ਦੀ ਪੂਜਾ ਕਰਦਾ ਹੈ। ਤਾਂ ਮਹਾਰਾਜ ਸਾਹਿਬ ਕਹਿੰਦੇ, ਭਾਈ ਤੈਨੂੰ ਇਹਨਾਂ ਚੱਕਰਾਂ ਵਿੱਚ ਨਹੀਂ ਪੈਣਾ ਚਾਹੀਦਾ। ਤੈਨੂੰ ਤਾਂ ਸਿਰਫ
ਗੁਰੂ ਸਾਹਿਬ ਦੀ, ਪ੍ਰਮਾਤਮਾ ਦੀ ਇਬਾਦਤ ਕਰਨੀ ਚਾਹੀਦੀ ਹੈ, ਜਿਸ ਦੇ ਵਸ ਵਿੱਚ ਇਹ ਸਾਰੀਆਂ ਦਾਤਾਂ ਨੇ, ਜਿਹਦੇ ਘਰ ਵਿੱਚ ਇਹ ਸਾਰੀਆਂ ਰੱਬੀ ਦਾਤਾਂ ਨੇ। ਤੈਨੂੰ ਮਾਇਆ ਦੀ ਲੋੜ ਹੈ, ਮਾਇਆ ਵੀ ਉਹ ਬਖਸ਼ ਦੇਗਾ। ਪਦਾਰਥਾਂ ਦੀ ਲੋੜ ਹੈ, ਪਦਾਰਥ ਬਖਸ਼ ਦੇਗਾ। ਜੋ ਕੁਝ ਵੀ ਤੈਨੂੰ ਚਾਹੀਦਾ ਹੈ ਉਹ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਦੇ ਘਰ ਵਿੱਚੋਂ ਹੀ ਤੈਨੂੰ ਪ੍ਰਾਪਤ ਹੋ ਜਾਏਗਾ। ਇਸ ਲਈ ਇਹਨਾਂ ਗੱਲਾਂ ਦੀ ਚਿੰਤਾ ਨਹੀਂ ਕਰਨੀ ਚਾਹੀਦੀ। ਤੇ ਤੂੰ ਉਹ ਜੇ ਵੱਖਰੇ ਤੌਰ ਤੇ ਮਾਇਆ ਦੀ ਪੂਜਾ ਕਰਕੇ ਕਵੇਂ ਕਿ ਮੇਰੇ ਘਰ ਵਿੱਚ ਮਾਇਆ ਦਾ ਵਾਧਾ ਹੋ ਜਾਏਗਾ, ਤੇ ਇੱਕ ਬਚਨ ਯਾਦ ਕਰਕੇ ਜਾਈ, ਅੱਜ ਦਾ ਦਿਨ ਜਿਹੜਾ ਹੈ ਲੋਕਾਂ ਨੇ ਮਾਇਆ ਦੀ ਪੂਜਾ ਕਰਨੀ ਹੈ। ਵਿਸ਼ੇਸ਼ ਤੌਰ ਤੇ ਲక్ష్ਮੀ ਦੀ ਪੂਜਾ ਚਲੋ ਜਿਨ੍ਹਾਂ ਦਾ ਧਰਮ ਹੈ ਉਹ ਕਰਨ, ਮੁਬਾਰਕ। ਪਰ ਜਿਹੜਾ ਗੁਰੂ ਗ੍ਰੰਥ ਸਾਹਿਬ ਨੂੰ ਮੰਨਣ ਵਾਲਾ ਹੈ, ਜਿਹਦਾ ਜਨਮ ਧੰਨ ਗੁਰੂ ਗ੍ਰੰਥ ਸਾਹਿਬ ਦੇ ਘਰ ਵਿੱਚ ਹੋਇਆ, ਉਹਨਾਂ ਲਈ ਤਾਂ ਮਹਾਰਾਜ ਸਾਹਿਬ ਦੇ ਬਚਨ ਨੇ, ਲਖਮੀ ਤੋਟ ਨਾ ਆਵੀ ਖਾਏ ਖਰਚ ਰਹੰਦਾ। ਜਿਹੜੇ ਗੁਰੂ ਪਰਮਾਤਮਾ ਦੇ ਹੋ ਜਾਣ, ਗੁਰੂ ਜਿਨ੍ਹਾਂ ਦੇ ਸੰਗ ਹੋ ਜਾਏ, ਸਤਿਗੁਰੂ ਪਾਤਸ਼ਾਹ ਜਿਨ੍ਹਾਂ ਦੇ ਅੰਗ ਸੰਗ ਹੋ ਜਾਣ, ਉਹਨਾਂ ਦੇ ਘਰ ਵਿੱਚ ਕੋਈ ਲਖਮੀ ਦੀ ਤੋਟ, ਮਾਇਆ ਦੀ ਤੋਟ ਨਹੀਂ ਆਉਂਦੀ। ਸਤਿਗੁਰੂ ਆਪਣੇ ਸਿੱਖ ਦਾ ਫਿਕਰ ਕਰਦੇ ਨੇ। ਉਹਦੇ ਜੀਵਨ ਜ਼ਿੰਦਗੀ ਤੋਂ ਪਹਿਲਾਂ, ਜਨਮ ਸੰਸਾਰ ਵਿੱਚ ਜਨਮ ਦੇਣ ਤੋਂ ਪਹਿਲਾਂ ਉਹਦੇ ਰਿਜ਼ਕ ਦਾ, ਉਹਦੇ ਘਰ ਪਰਿਵਾਰ, ਸਾਰੀਆਂ ਚੀਜ਼ਾਂ ਦਾ ਪ੍ਰਮਾਤਮਾ ਨੇ ਪ੍ਰਬੰਧ ਕੀਤਾ ਹੋਇਆ। ਅਸੀਂ ਕੋਸ਼ਿਸ਼ ਕਰਨੀ ਹੈ, ਯਤਨ ਕਰਨਾ ਕਿ ਪ੍ਰਮਾਤਮਾ ਮਿਲੇ, ਭਗਵਾਨ ਮਿਲੇ, ਅਕਾਲ ਪੁਰਖ ਮਿਲੇ, ਸਾਨੂੰ ਵਾਹਿਗੁਰੂ ਮਿਲੇ। ਅਸੀਂ ਉਸ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਦੇ ਵਿੱਚ ਅਭੇਦ ਹੋ ਸਕੀਏ। ਸਾਡੀ ਕੋਸ਼ਿਸ਼ ਇਹ ਹੋਣੀ ਚਾਹੀਦੀ ਹੈ। ਤੋ ਇਸੇ ਲਈ ਅੱਜ ਭੱਟ ਸਾਹਿਬਾਨ ਕਹਿ ਰਹੇ ਆ, ਪਰਮਾਤਮਾ ਕਿਵੇਂ ਮਿਲਦਾ, ਅਕਾਲ ਪੁਰਖ ਕਿਵੇਂ ਮਿਲਦਾ, ਵਾਹਿਗੁਰੂ ਕਿਵੇਂ ਮਿਲਦਾ ਹੈ। ਧੰਨ ਗੁਰੂ ਰਾਮਦਾਸ ਸਾਹਿਬ ਪਾਤਸ਼ਾਹ ਦੀ ਉਸਤਤ ਵਿੱਚ ਜੁੜੇ ਹੋਏ ਨੇ। ਅੱਜ ਉਹਨਾਂ ਦਾ ਇਹ 15ਵਾਂ ਸਵਈਆ ਹੈ। ਝੋਲਣਾ ਛੰਦ ਦਾ ਤੀਸਰਾ ਸਵਈਆ ਹੈ। 60 ਦੇ ਵਿੱਚੋਂ ਕੁੱਲ ਸਵਈਏ ਜਿਹੜੇ ਉਹ 15 ਹੋ ਚੁੱਕੇ ਹੈ। ਤੇ ਅੱਜ ਇਹ 15ਵੇਂ ਸਵਈਏ ਦੇ ਵਿੱਚ ਸਤਿਕਾਰਯੋਗ ਭੱਟ ਜੀ ਕਹਿ ਰਿਹਾ, ਗੁਰੂ ਗੁਰ ਗੁਰ ਕਰੋ ਗੁਰੂ ਹਰ ਪਾਈਐ। ਤੂੰ ਪੂਜਾ ਲక్ష్ਮੀ ਦੀ, ਮਾਇਆ ਦੀ, ਕਿਸੇ ਹੋਰ ਚੀਜ਼ ਦੀ ਨਹੀਂ। ਤੂੰ ਅਕਾਲ ਪੁਰਖ ਦਾ ਪੁਜਾਰੀ ਹੈ। ਪੂਜਾ ਅਕਾਲ ਕੀ ਪਰਚਾ, ਸ਼ਬਦ ਕਾ ਦੀਦਾਰ ਖਾਲਸੇ ਕਾ। ਇਹ ਸਾਡੇ ਲਈ ਹੁਕਮ ਹੈ। ਮਹਾਰਾਜ ਸਾਹਿਬ ਕਹਿੰਦੇ ਹਰੀ ਨੂੰ ਪਾਉਣਾ ਹੈ, ਪਰਮਾਤਮਾ ਨੂੰ ਪਾਉਣਾ ਹੈ, ਤਾਂ ਤੈਨੂੰ ਗੁਰੂ ਗੁਰੂ ਜਪਣਾ ਪਏਗਾ। ਗੁਰੂ ਅਸਲ ਵਿੱਚ ਗੁਰੂ ਦਾ ਕੰਮ ਕੀ ਹੈ? ਮੈਂ ਇੱਕ ਵਿਦਵਾਨ ਦੇ ਖਿਆਲ ਬੜੇ ਚੰਗੇ ਲੱਗੇ। ਉਹ ਕਹਿੰਦੇ ਗੁਰੂ ਨੇ ਇੱਕ ਹੱਥ ਵਿੱਚ ਪਰਮਾਤਮਾ ਦਾ ਹੱਥ ਫੜਿਆ ਹੋਇਆ, ਰੱਬ ਦਾ, ਇੱਕ ਹੱਥ ਵਿੱਚ ਉਹਨੇ ਸਿੱਖ ਦਾ ਹੱਥ ਫੜਿਆ ਹੋਇਆ। ਗੁਰੂ ਵਿਚਾਲੇ ਹੈ, ਇੱਕ ਹੱਥ ਪਰਮਾਤਮਾ ਦਾ ਫੜਿਆ, ਇੱਕ ਹੱਥ ਸਿੱਖ ਦਾ ਫੜਿਆ। ਗੁਰੂ ਦਾ ਕੰਮ ਸਿਰਫ ਇੰਨਾ ਹੀ ਆ, ਪਰਮਾਤਮਾ ਦੇ ਹੱਥ ਵਿੱਚ ਸਿੱਖ ਦਾ ਹੱਥ ਫੜਾ ਦਿੰਦਾ। ਗੁਰੂ ਸਿਰਫ ਇੰਨਾ ਕੁ ਕੰਮ ਕਰਦਾ। ਪਰ ਇਹ ਕੰਮ ਕਰਾਉਣ ਵਾਸਤੇ ਕਈ ਵਾਰ ਕਈ ਸਾਲ, ਕਈ ਘੰਟੇ ਬੈਠ ਕੇ ਕਈ ਸਾਲ ਇੰਤਜ਼ਾਰ ਕਰਨਾ ਪੈਂਦਾ। ਕਈ ਵਾਰ ਤਾਂ ਗੁਰੂ ਘਰ ਆਏ, ਮੱਥਾ ਟੇਕਿਆ, ਟੇਕਦਿਆਂ ਸਰ ਕਿਰਪਾ ਵਾਪਰ ਜਾਂਦੀ ਹੈ। ਤੇ ਕਈ ਵਾਰ ਕਈ ਸਾਲ ਵੀ ਲੰਘ ਜਾਂਦੇ ਆ, ਤੇ ਕਈ ਜਨਮ ਵੀ ਲੰਘ ਜਾਂਦੇ ਆ। ਕਿਉਂਕਿ ਜਨਮ ਕੀ ਸਮਨ ਕੋਮਲ ਲੱਗੀ। ਜੇ ਜਨਮਾਂ ਦੀ ਮੈਲ ਲੱਗੀ ਹੈ ਤਾਂ ਕਈ ਵਾਰ ਮੈਲ ਲਾਉਣ ਲੱਗਿਆਂ ਵੀ ਸਮਾਂ ਲੱਗ ਜਾਂਦਾ। ਕੋਲੂ ਨੂੰ ਸਾਫ਼ ਕਰਨ ਵਾਲੀ ਲੀਰ ਤੁਸੀਂ ਵੇਖੀ ਹੋਏਗੀ, ਜਿਸ ਕਹਾਣੀ ਵਿੱਚ ਕੋਲੂ ਰਾਈਓ ਤੇਲ ਪੀੜ ਕੇ ਕੱਢਿਆ ਜਾਂਦਾ ਨਾ ਤਿਲਾਂ ਨੂੰ, ਜਿਹੜੀ ਉਸ ਕੋਲੂ ਨੂੰ ਸਾਫ਼ ਕਰਨ ਵਾਲੀ ਲੀਰ ਕੱਪੜਾ ਹੈ, ਉਹ ਇੰਨਾ ਠੰਡਾ ਹੋ ਜਾਂਦਾ ਹੈ। ਮਹਾਰਾਜ ਕਹਿੰਦੇ ਖੰਨਲੀ ਧੋਤੀ ਉਜਲੀ ਨਾ ਹੋਵੇ, ਜੇ 100 ਧੋਵਣ ਪਾਹੋ। ਉਸ ਠੰਡੇ ਹੋਏ ਕੱਪੜੇ ਨੂੰ ਜੇ 100 ਵਾਰ ਵੀ ਧੋਆ ਪਾ ਦਿਓ, ਥੰਧਿਆਈ ਤਾਂ ਵੀ ਨਹੀਂ ਨਿਕਲਦੀ। ਪਰ ਤੇਰੇ ਮਨ ਨੂੰ ਤਾਂ ਮੈਲ ਭਾਈ ਕਈ ਜਨਮਾਂ ਦੀ ਲੱਗੀ ਹੋਈ ਹੈ। ਤੇ ਅਸੀਂ ਕਈ ਵਾਰ ਸੋਚਦੇ ਹਾਂ ਵੀ ਮਿੰਟ ਸਕਿੰਟ ਦੇ ਵਿੱਚ ਹੀ ਇਹ ਸਾਰੀ ਖੇਡ ਵਰਤ ਜਾਏ। ਹੋਣਾ ਇੱਥੇ ਮਿੰਟ ਸਕਿੰਟ ਵਿੱਚ ਹੀ ਹੈ। ਜਦੋਂ ਕਿਰਪਾ ਹੋਣੀ ਹੈ, ਬਖਸ਼ਿਸ਼ ਹੋਣੀ ਹੈ, ਮਿਲਾਪ ਹੋਣਾ, ਉਹ ਮਿੰਟਾਂ ਸਕਿੰਟਾਂ ਵਿੱਚ ਹੋਣਾ। ਪਰ ਉਹ ਮਿੰਟ ਸਕਿੰਟ ਆਉਣ ਲਈ ਕਈ ਵਾਰ ਕਈ ਘੰਟੇ ਬਹਿਣਾ ਪੈਂਦਾ। ਨਿਮਖ ਸਿਮਰਤ ਜਿਤ ਛੂਟੈ। ਜਿਹੜਾ ਨਿਮਖ ਹੈ ਨਾ, ਅੱਖ ਬੰਦ ਕਰਕੇ ਖੋਲਣ ਜਿੰਨਾ ਸਮਾਂ, ਜਿਸ ਵਿੱਚ ਕਿਰਪਾ ਵਰਤਣੀ ਆ, ਉਸ ਨਿਮਖ ਦੇ ਇੰਤਜ਼ਾਰ ਵਿੱਚ ਕਈ ਸਾਲ, ਕਈ ਘੰਟੇ ਲੰਘ ਜਾਂਦੇ। ਉਹਦਾ ਇੰਤਜ਼ਾਰ ਕਰਨ ਵਿੱਚ ਸਮਾਂ ਲੱਗਦਾ। ਕਿਰਪਾ ਤਾਂ ਇੱਕ ਖਿਣ ਵਿੱਚ ਹੀ ਵਰਤਦੀ ਹੈ। ਕਿਰਪਾ ਤਾਂ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਦੀ ਚੰਦ ਮਿੰਟਾਂ ਵਿੱਚ ਹੀ ਵਰਤ ਜਾਂਦੀ ਹੈ। ਪਰ ਉਹ ਵਕਤ, ਉਹ ਘੜੀਆਂ, ਉਹ ਸਮਾਂ ਕਦੋਂ ਆਉਂਦਾ, ਉਹਦੇ ਇੰਤਜ਼ਾਰ ਵਿੱਚ ਕਈ ਵਾਰ ਸੇਵਾ ਧੰਨ ਗੁਰੂ ਅਮਰਦਾਸ ਮਹਾਰਾਜ ਨੇ 12 ਸਾਲ ਕੀਤੀ।
ਭਾਈ ਜੇਠੇ ਨੂੰ 21 ਸਾਲ ਗੋਇੰਦਵਾਲ ਸਾਹਿਬ ਸੇਵਾ ਕਰਨੀ ਪਈ। ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਨੇ ਸੇਵਾ ਕੀਤੀ, ਹੁਕਮ ਮੰਨਿਆ, ਆਗਿਆਕਾਰੀ ਪੁੱਤਰ ਬਣ ਕੇ ਰਹੇ, ਸਿੱਖ ਬਣ ਕੇ ਰਹੇ। ਸੇਵਾ ਦੇ ਵਿੱਚੋਂ, ਆਗਿਆ ਦੇ ਵਿੱਚੋਂ, ਹੁਕਮ ਦੇ ਵਿੱਚੋਂ, ਨਿਮਰਤਾ ਭਾਵ ਦੇ ਵਿੱਚ ਰਹਿ ਕੇ ਆਪਣਾ ਆਪ ਨਾ ਜਣਾਉਂਦੇ ਹੋਏ, ਕੱਲ ਆਪ ਜੀ ਨੇ ਸੁਣਿਆ ਧੰਨ ਧੰਨ ਬਾਬਾ ਬੁੱਢਾ ਸਾਹਿਬ 113 ਸਾਲ ਗੁਰੂ ਘਰ ਵਿੱਚ ਸੇਵਾ ਕਰਕੇ ਵੀ ਉਹ ਬੇਨਤੀ ਕਰ ਰਿਹਾ, ਮਹਾਰਾਜ ਸੇਵਾ ਕਰਦਿਆਂ ਬਹੁਤ ਭੁੱਲਾਂ ਹੋਈਆਂ, ਮੈਨੂੰ ਬਖਸ਼ ਦਿਓ। ਐਸੀ ਨਿਮਰਤਾ, ਇਹੋ ਜੇ ਨਿਮਰਤਾ ਦੇ ਗੁਣ ਆ ਜਾਣ, ਜਿਹਨੂੰ ਗੁਰੂ ਕਹਿ ਰਿਹਾ ਬੁੱਢਿਆ ਤੇਥੋਂ ਓਲੇ ਕਦੇ ਨਾ ਹੋਸਾਂ, ਪਰ ਉਹ ਫਿਰ ਵੀ ਚਰਨਾਂ ਦੀ ਧੂੜ ਬਣ ਕੇ ਰਹਿ ਰਿਹਾ। ਹੰਕਾਰ ਕੋਈ ਨਹੀਂ, ਅੰਦਰ ਕਿਸੇ ਤਰ੍ਹਾਂ ਦਾ ਆਪਣਤ ਕੋਈ ਨਹੀਂ, ਮੈਂ ਮੇਰੀ ਕੋਈ ਨਹੀਂ। ਮਾਣ ਹੈ ਪਰ ਹੈ ਗੁਰੂ ਤੇ ਮਾਣ ਕਰੋ ਤਦ ਉਪਰੇ ਮੇਰੇ ਪ੍ਰੀਤਮ ਪਿਆਰੇ, ਤੇਰੇ ਭਰੋਸੇ ਪਿਆਰੇ ਮੈਂ ਲੜ ਲੜਾਇਆ। ਆਪਣੇ ਤੇ ਗੱਲ ਕੋਈ ਨਹੀਂ ਲੈਣੀ, ਜੋ ਕੁਛ ਹੈ ਗੁਰੂ ਸਾਹਿਬ ਦਾ ਹੈ, ਗੁਰੂ ਕਰ ਕਰਾ ਰਿਹਾ ਹੈ, ਗੁਰੂ ਦੀ ਕਿਰਪਾ ਵਰਤ ਰਹੀ, ਮੇਰਾ ਕੁਛ ਵੀ ਨਹੀਂ। ਇਹੋ ਜੀ ਭਾਵਨਾ ਨਾਲ, ਇਹੋ ਜੇ ਨਾਲ ਨਾਲ ਗੁਣ ਵੀ ਹੋਣੇ ਚਾਹੀਦੇ ਆ। ਕੱਲਾ ਜੇ ਆਪਾਂ ਕਹੀਏ ਮੈਂ ਸਿਮਰਨ ਬਹੁਤ ਕਰਦਾ, ਪਰ ਜਿਹੜੇ ਗੁਣਾਂ ਦੀ ਗੱਲ ਗੁਰਬਾਣੀ ਕਰ ਰਹੀ ਹੈ, ਜਿਹੜੇ ਦੈਵੀ ਗੁਣ ਇੱਕ ਸੰਤ, ਇੱਕ ਭਗਤ, ਇੱਕ ਗੁਰਮੁਖ ਵਿੱਚ, ਇੱਕ ਸਿੱਖ ਵਿੱਚ ਹੋਣੇ ਚਾਹੀਦੇ ਆ, ਨਾਲ ਉਹ ਗੁਣ ਵੀ ਚਾਹੀਦੇ ਆ। ਤੇ ਨਹੀਂ, ਕਈ ਵਾਰ ਇਹ ਸਮੁੰਦਰ ਦੀ ਤਰ੍ਹਾਂ ਪਾਣੀ ਖਾਰਾ ਵੀ ਹੋ ਜਾਂਦਾ ਹੈ। ਜੇ ਉਹ ਸਿੱਧਾ ਉਸ ਖਾਰੇ ਪਾਣੀ ਨੂੰ ਪੀਓ ਨੁਕਸਾਨਦੇਹ ਹੈ, ਪਰ ਉਹ ਸਮੁੰਦਰ ਦਾ ਪਾਣੀ ਜਦੋਂ ਭਾਵ ਬਣ ਕੇ ਬੱਦਲ ਬਣਦੇ ਆ, ਬੱਦਲਾਂ ਰਾਹੀਂ ਸਾਡੇ 'ਚ ਵਰਸਦਾ ਹੈ, ਉਦੋਂ ਅੰਮ੍ਰਿਤ ਬਣ ਜਾਂਦਾ ਹੈ। ਇਸ ਲਈ ਸਿਮਰਨ ਕਰੋ, ਸੇਵਾ ਕਰੋ, ਵਿੱਚ ਗੁਰੂ ਦੀ ਬਖਸ਼ਿਸ਼ ਹੋਣੀ ਜ਼ਰੂਰੀ ਹੈ। ਗੁਰੂ ਦੀ ਬਖਸ਼ਿਸ਼ ਰਾਹੀਂ ਜਦੋਂ ਇਹ ਚੀਜ਼ਾਂ ਵਰਤਦੀਆਂ ਨੇ, ਇਹਦਾ ਵੱਖਰਾ ਹੀ ਆਨੰਦ ਹੁੰਦਾ ਹੈ। ਗੁਰੂ ਨੇ ਤਾਂ ਸੋਨੇ ਤਰ੍ਹਾਂ ਸ਼ੁੱਧ ਕਰ ਦੇਣਾ। ਸੋਨੇ ਵਿੱਚ ਜਦੋਂ ਮੈਲ ਹੁੰਦੀ ਆ ਨਾ, ਜਦੋਂ ਕੁਠਾਲੀ 'ਚ ਪਾਉਂਦੇ ਆ, ਬੜਾ ਦੌੜਦਾ ਹੈ ਉਹ। ਜਿਵੇਂ ਜਿਵੇਂ ਮੈਲ ਕੱਟੀ ਜਾਂਦੀ ਆ, ਉਵੇਂ ਉਵੇਂ ਟਿਕਣਾ ਸ਼ੁਰੂ ਹੋ ਜਾਂਦਾ ਹੈ। ਮੈਲ ਸਾਰੀ ਕੱਟੀ ਗਈ, ਸ਼ੁੱਧ ਹੋ ਗਿਆ, ਤੇ ਸੋਨਾ ਟਿਕ ਜਾਂਦਾ ਹੈ। ਜਿੰਨੀ ਦੇਰ ਤੱਕ ਸਾਡੇ ਅੰਦਰ ਮੈਲ ਹੈ, ਮਨ ਮੈਲਾ ਹੈ, ਉਨੀ ਦੇਰ ਤੱਕ ਦੁਬਦਾ ਵੀ ਬਣੇਗੀ, ਸ਼ੰਕਾ ਵੀ ਆਉਣਗੇ, ਗੁੱਸਾ ਵੀ ਆਏਗਾ, ਕ੍ਰੋਧ ਵੀ ਆਏਗਾ, ਹੰਕਾਰ ਵੀ। ਇਹ ਵਿਕਾਰਾਂ ਨੇ, ਵਾਸ਼ਨਾਵਾਂ ਨੇ ਕਿਤੇ ਨਾ ਕਿਤੇ ਤੰਗ ਕਰਦੇ ਰਹਿਣਾ। ਪਰ ਮਹਾਰਾਜ ਕਹਿੰਦੇ ਬੇਪਰਵਾਹ ਹੋ ਕੇ ਗੁਰੂ ਗੁਰੂ ਜਪਦਾ ਰਹਿ, ਕਿਉਂਕਿ ਗੁਰੂ ਤੇਰਾ ਬੇਅੰਤ ਹੈ, ਗੁਰੂ ਤੇਰਾ ਬੇਸ਼ੁਮਾਰ ਹੈ, ਗੁਰੂ ਤੇਰਾ ਅਥਾਗ ਹੈ, ਅਗੋਚਰ ਹੈ, ਅਟਲ ਹੈ। ਗੁਰੂ ਤੇਰਾ ਬੇਅੰਤ ਸ਼ਕਤੀਆਂ ਦਾ ਅੰਤ ਕਲਾ ਹੋਏ ਠਾਕੁਰ ਚੜਿਆ, ਤੇਰਾ ਗੁਰੂ ਪੂਰਾ ਹੈ, ਗੁਰੂ ਸਮਰੱਥ ਹੈ। ਉਹ ਤੇ ਭਰੋਸਾ ਕਰਕੇ ਚੱਲੀ ਚੱਲ, ਉਹ ਤਾਂ ਜਨਮ ਜਨਮ ਦੀ ਲੱਗੀ ਹੋਈ ਮੈਲ ਵੀ ਧੋ ਦੇਗਾ, ਜਮਾਂ ਦੀਆਂ ਫਾਈਆਂ ਵੀ ਕੱਟ ਦੇਗਾ। ਉਹ ਐਡਾ ਸਮਰੱਥ, ਐਡਾ ਪਰਵਲ ਹੈ। ਮਹਾਰਾਜ ਕਹਿੰਦੇ ਪ੍ਰਮਾਤਮਾ ਨੂੰ ਮਿਲਣਾ, ਗੁਰੂ ਗੁਰ ਗੁਰ ਕਰੋ, ਗੁਰੂ ਹਰ ਪਾਈਐ। ਸੰਪਰਦਾਇ ਮਹਾਂਪੁਰਸ਼ਾਂ ਨੇ ਇਹਦੇ ਅਰਥ ਇਹ ਕੀਤੇ ਆ, ਗੁਰੂ ਗੁਰ ਗੁਰ ਕਰੋ, ਗੁਰੂ ਹਰ ਪਾਈਐ। 4 ਵਾਰੀ ਗੁਰੂ ਦਾ ਇੱਥੇ ਧੰਨ ਗੁਰੂ ਰਾਮਦਾਸ ਪਾਤਸ਼ਾਹ ਦੇ ਅਜੇ ਸਵਈਏ ਨੇ, ਉਹ ਕਹਿੰਦੇ ਗੁਰੂ ਧੰਨ ਗੁਰੂ ਨਾਨਕ ਸਾਹਿਬ ਨੂੰ ਸਿਮਰੋ, ਗੁਰ ਗੁਰ ਕਰੋ, ਗੁਰੂ ਅੰਗਦ ਸਾਹਿਬ ਨੂੰ ਸਿਮਰੋ। ਤੀਸਰੇ ਗੁਰ ਦੇ ਅਰਥ ਉਹਨਾਂ ਕਿਹਾ ਧੰਨ ਗੁਰੂ ਅਮਰਦਾਸ ਮਹਾਰਾਜ ਨੂੰ ਸਿਮਰੋ। ਫਿਰ ਚੌਥਾ ਹੈ ਗੁਰੂ ਹਰ ਪਾਈਐ, ਧੰਨ ਗੁਰੂ ਰਾਮਦਾਸ ਪਾਤਸ਼ਾਹ ਦੇ ਚਰਨਾਂ ਨਾਲ ਜੁੜ ਜਾਓ। ਤੁਸੀਂ ਗੁਰੂ ਰਾਮਦਾਸ ਪਾਤਸ਼ਾਹ ਦੇ ਕਰਕੇ, ਗੁਰੂ ਰਾਮਦਾਸ ਦੇ ਰਾਹੀਂ ਪਰਮਾਤਮਾ ਨੂੰ ਪਾ ਲਓਗੇ। ਤੁਸੀਂ ਗੁਰੂ ਰਾਮਦਾਸ ਦੇ ਰਾਹੀਂ ਅਕਾਲ ਪੁਰਖ ਵਾਹਿਗੁਰੂ ਨੂੰ ਪਾ ਲਓਗੇ। ਤਾਂ ਉਹਨਾਂ ਦੇ ਅਗਲੇ ਬਚਨ ਨੇ, ਉਦਦ ਗੁਰ ਗਹਿਰ ਗੰਭੀਰ ਬੇਅੰਤ ਹਰ, ਨਾਮ ਨਗ ਹੀਰ ਮਣ ਮਿਲਤ ਲਿਵਲਾਈਐ। ਤੇ ਭਾਈ ਜਿਹੜਾ ਇਹ ਸਤਿਗੁਰੂ ਹੈ, ਡੂੰਘਾ ਹੈ, ਗੰਭੀਰ ਤੇ ਬੇਅੰਤ, ਇੱਕ ਸਮੁੰਦਰ ਦੀ ਤਰ੍ਹਾਂ ਹੈ। ਸਮੁੰਦਰ ਡੂੰਘਾ ਹੁੰਦਾ ਹੈ, ਗਹਿਰਾਈ ਵਿੱਚ ਹੁੰਦਾ ਹੈ, ਗੰਭੀਰਤਾ ਵਿੱਚ ਵੀ ਹੁੰਦਾ ਹੈ। ਗੁਰੂ ਇੱਕ ਸਮੁੰਦਰ ਦੀ ਤਰ੍ਹਾਂ ਹੈ। ਸਮੁੰਦਰ ਇਸ ਕਰਕੇ ਕਿਉਂਕਿ ਸਮੁੰਦਰ ਮੁੱਕਦਾ ਨਹੀਂ, ਸਮੁੰਦਰ ਸੁੱਕਦਾ ਨਹੀਂ, ਸਮੁੰਦਰ ਖਾਲੀ ਨਹੀਂ ਹੁੰਦਾ। ਬਾਕੀ ਸਮੁੰਦਰ ਦਾ ਇਹ ਵਡੱਪਣ ਹੈ, ਉਹਦਾ ਐਡੀ ਵਿਸ਼ਾਲਤਾ ਉਹਦੇ ਕੋਲ ਹੈ। ਜਿੰਨੀਆਂ ਮਰਜ਼ੀ ਨਿੱਕੀਆਂ ਨਿੱਕੀਆਂ ਨਦੀਆਂ, ਨਿੱਕੇ ਨਿੱਕੇ ਸਾਗਰ, ਦਰਿਆ ਉਹ ਸਮੁੰਦਰ ਵਿੱਚ ਆਉਣੋਂ ਆਪਣੇ ਵਿੱਚ ਸਮਾ ਕੇ ਆਪਣਾ ਰੂਪ ਦੇ ਕੇ ਉਹਨਾਂ ਨੂੰ ਵੀ ਸਮੁੰਦਰ ਵਰਗੇ ਬਣਾ ਲੈਂਦਾ ਹੈ। ਇਹ ਗੁਰੂ ਦਾ ਵੀ ਗੁਣ ਹੈ। ਗੁਰੂ ਉਹ ਤਾਂ ਸਮੁੰਦਰ ਕਰਕੇ, ਜੇ ਇਹਦੇ ਵਿੱਚ ਬੇਅੰਤ ਤਰ੍ਹਾਂ ਦੇ ਨਿੱਕੇ ਨਿੱਕੇ ਮਾੜੇ ਕਰਮ ਕੋਈ ਕਰਦਾ ਹੋਵੇ, ਕੋਈ ਪਾਪੀ ਬਿਰਤੀ ਦਾ ਹੋਵੇ, ਕਿਸੇ ਦੀ ਜ਼ਿੰਦਗੀ 'ਚ ਬਹੁਤੇ ਅਪਰਾਧ ਹੋਣ, ਕੁਛ ਵੀ ਹੋਵੇ, ਇੱਕ ਵਾਰ ਆ ਕੇ ਗੁਰੂ ਨੂੰ ਤਰਲਾ ਪਾਏ, ਬੇਨਤੀ ਕਰੇ, ਸਤਿਗੁਰੂ ਸਮੁੰਦਰ ਦੀ ਤਰ੍ਹਾਂ ਆਪਣਾ ਰੂਪ ਦੇ ਕੇ ਆਪਣੇ ਵਰਗਾ ਉਹਨੂੰ ਕਰ ਲੈਂਦੇ ਆ। ਤੇ ਮਹਾਰਾਜ ਕਹਿ ਰਿਹਾ, ਉਦਦ ਗੁਰ ਗਹਿਰ ਗੰਭੀਰ ਬੇਅੰਤ। ਉਹ ਬੇਅੰਤ ਹੈ ਭਾਈ, ਉਹਦਾ ਅੰਤ ਕੋਈ ਨਹੀਂ।
ਅੰਤ ਨਾ ਸਿਫਤੀ ਕਹਿਣ ਨਾ ਅੰਤ, ਅੰਤ ਨਾ ਕਰਨਾ ਦੇਣ ਨਾ ਅੰਤ, ਅੰਤ ਨਾ ਵੇਖਣ ਸੁਣਨਾ ਅੰਤ, ਅੰਤ ਨਾ ਜਾਪੈ। ਇਹ ਸਾਰੀ ਪੌੜੀ ਅੰਤ ਦੀ ਹੈ ਕਿ ਪਰਮਾਤਮਾ ਦੀ ਸਾਰੀ ਵਿਆਖਿਆ ਹੈ, ਅਕਾਲ ਪੁਰਖ ਦੀ ਸਾਰੀ ਵਿਆਖਿਆ, ਉਹਦਾ ਅੰਤ ਨਹੀਂ ਪਾਇਆ ਜਾ ਸਕਦਾ। ਇਹੋ ਅੰਤ, ਉਹਦਾ ਅੰਤ ਕੀ ਹੈ? ਇਹੋ ਅੰਤ ਨਾ ਜਾਣੈ ਕੋਈ, ਉਹਦਾ ਅੰਤ ਹੀ ਇਹ ਹੈ ਕਿ ਉਹਦੇ ਅੰਤ ਨੂੰ ਕੋਈ ਜਾਣ ਹੀ ਨਹੀਂ ਸਕਦਾ। ਪਰਮਾਤਮਾ ਦੀ ਹੱਦਬੰਦੀ ਇਹ ਹੈ ਕਿ ਉਹਦੇ ਹੱਦਬੰਦੀ ਨੂੰ ਕੋਈ ਜਾਣ ਹੀ ਨਹੀਂ ਸਕਦਾ। ਉਹਦਾ ਅੰਤ ਇਹ ਹੈ ਕਿ ਉਹਦੇ ਅੰਤ ਨੂੰ ਕੋਈ ਜਾਣ ਨਹੀਂ ਸਕਦਾ। ਹਰ ਨਾਮ ਨਗ ਹੀਰ ਮਣ ਮਿਲਤ ਲਿਵ ਲਾਈਐ, ਉਸ ਵਿੱਚ ਚੁੱਭੀ ਲਾਇਆ ਹਰੀ ਦਾ ਨਾਮ ਰੂਪੀ ਨਗ। ਹੀਰੇ ਮੋਤੀ ਤੇ ਇਹ ਮਣੀਆਂ ਜਿਹੜੀਆਂ ਲੋਕ ਕਹਿੰਦੇ ਆ ਨਾ ਸੱਪ ਦੇ ਮੱਥੇ 'ਚ ਮਣੀ ਹੈ, ਕਿਸੇ ਵੱਖਰੀ ਕਿਸਮ ਦੇ ਸੱਪ ਦੇ ਮੱਥੇ 'ਚ ਮਣੀਆਂ, ਉਹ ਬੜੇ ਮਹਿੰਗੇ ਵਿਕਦੇ ਆ, ਬੜੀਆਂ ਕੀਮਤਾਂ ਤੇ ਲੋਕ ਉਹਨਾਂ ਨੂੰ ਖਰੀਦਦੇ ਆ, ਕਿਉਂਕਿ ਉਹ ਮਣੀਆਂ ਦੀ ਕੀਮਤ ਬਹੁਤ ਆ ਵੀ ਸਾਨੂੰ ਪ੍ਰਾਪਤ ਹੋਵੇ, ਅਸੀਂ ਰਾਤੇ ਰਾਤ ਅਮੀਰ ਹੋ ਜਾਾਂਗੇ। ਮਹਾਰਾਜ ਕਹਿੰਦੇ ਇਹੋ ਜੀਆਂ ਮਣੀਆਂ, ਇਹੋ ਜਿਹੇ ਹੀਰੇ, ਇਹੋ ਜਿਹੇ ਨਗ ਜਿਹੜੇ ਤੂੰ ਲੱਖਾਂ ਕਰੋੜਾਂ ਰੁਪਈਆ ਦੇ ਕੇ ਖਰਚਦਾ, ਤੇਰੇ ਲਈ ਤਾਂ ਭਾਈ ਇਹ ਹੀਰੇ ਮੋਤੀ, ਇਹ ਮਾਣਕ, ਇਹ ਨਗ, ਕੀਮਤੀ ਰਤਨ ਜਵਾਹਰਾਤ ਜੋ ਕੁਛ ਹੈ ਇਸ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਅੰਦਰ ਪਿਆ, ਗੁਰੂ ਦੇ ਸ਼ਬਦ ਅੰਦਰ ਪਿਆ ਹੈ। ਗੁਰੂ ਦਾ ਇੱਕ ਇੱਕ ਅੱਖਰ ਇੰਨਾ ਕੁ ਕੀਮਤੀ ਹੈ, ਉਹਦੇ ਦੁਨੀਆ ਦੇ ਹੀਰੇ ਰਲ ਕੇ ਕੀਮਤ ਨਹੀਂ ਪਾ ਸਕਦੇ। ਦੁਨੀਆ ਦੀਆਂ ਮਣੀਆਂ, ਦੁਨੀਆ ਦੇ ਨਗ, ਦੁਨੀਆ ਦੇ ਕੀਮਤੀ ਜਵਾਹਰਾਤ ਗੁਰੂ ਦੇ ਇੱਕ ਵੀ ਸ਼ਬਦ ਦੀ ਕੀਮਤ ਨਹੀਂ ਪਾ ਸਕਦੇ। ਸਾਈਂ ਨਾਮ ਅਮੋਲ ਕੀਮ ਨਾ ਕੋਈ ਜਾਣ ਦੋ, ਕੰਚਨ ਸਿਉ ਪਾਈਆ ਨਹੀਂ ਤੋਲ, ਮਨ ਦੇ ਰਾਮ ਲਿਆ ਹੈ ਮੋਲ। ਮਹਾਰਾਜ ਸਾਹਿਬ ਕਹਿੰਦੇ ਗੁਰਬਾਣੀ ਬਿਆੰਤ ਹੈ, ਭਾਈ ਤੇਰੇ ਵੀ ਤਾਂ ਹਿਰਦੇ ਵਿੱਚ ਮਤ ਵਿੱਚ ਰਤਨ ਜਵਾਹਰ ਮਾਣਿਕ। ਜੇ ਗੁਰੂ ਦੇ ਘਰ ਵਿੱਚ ਹੀਰੇ ਨੇ, ਮੋਤੀ ਨੇ, ਨਗ ਨੇ, ਮਾਣਕ ਨੇ, ਮਣੀਆਂ ਨੇ, ਮਹਾਰਾਜ ਕਹਿੰਦੇ ਸਭ ਕੁਝ ਤੇਰੀ ਮਤ ਵਿੱਚ ਵੀ ਪਿਆ। ਪਰ ਜੇ ਇੱਕ ਗੁਰ ਕੀ ਸਿੱਖ ਸੁਣੀ, ਜੇ ਇੱਕ ਗੁਰੂ ਦੀ ਸਿੱਖਿਆ ਸੁਣ ਕੇ ਉਹਨੂੰ ਕਮਾ ਲਏ। ਗੁਰੂ ਦੀ ਸਿੱਖਿਆ ਕੀ ਹੈ? ਸਿਮਰਨ ਕਰਨਾ। ਗੁਰੂ ਦੀ ਸਿੱਖਿਆ ਧਿਆਨ ਲਾਉਣਾ। ਗੁਰੂ ਦੀ ਸਿੱਖਿਆ ਸੇਵਾ ਕਰਨੀ। ਗੁਰੂ ਦੀ ਸਿੱਖਿਆ ਉਸ ਕਰਤੇ ਦੀ ਪੂਜਾ ਕਰਨੀ, ਵੱਖਰੀ ਕਿਸੇ ਚੀਜ਼ ਦੀ ਪੂਜਾ ਨਹੀਂ ਕਰਨੀ। ਜੇ ਤੂੰ ਕਵੇਂ ਅੱਜ ਮਾਇਆ ਦੀ ਪੂਜਾ ਕਰਾਂ, ਮਾਇਆ ਦੇ ਢੇਰ ਲੱਗ ਜਾਣਗੇ, ਮਹਾਰਾਜ ਕਹਿੰਦੇ ਨਹੀਂ, ਅੱਜ ਵੀ ਉਸ ਮਾਇਆ ਦੇਣ ਵਾਲੇ, ਮਾਇਆ ਦੇ ਪਤੀ ਪਰਮਾਤਮਾ ਦੀ ਪੂਜਾ ਕਰ, ਅਕਾਲ ਪੁਰਖ ਦੀ ਪੂਜਾ ਕਰ। ਇੱਕ ਦਿਨ ਹੀ ਮਾਇਆ ਦੀ ਪੂਜਾ ਕਿਉਂ ਕਰਨੀ ਆ? ਤੂੰ ਪਰਮਾਤਮਾ ਨੂੰ ਹਰ ਰੋਜ਼ ਧਿਆ, ਹਰ ਰੋਜ਼ ਤੇਰੇ ਖਜ਼ਾਨੇ ਬਿਆੰਤ ਰਹਿਣਗੇ, ਤੇਰੇ ਖਜ਼ਾਨਿਆਂ 'ਚ ਕਦੇ ਟੋਟਾ ਪਵੇਗਾ ਹੀ ਨਹੀਂ। ਤੂੰ ਅਕਾਲ ਪੁਰਖ ਦਾ ਪੁਜਾਰੀ ਹੈ, ਤੂੰ ਕਿਸੇ ਹੋਰ ਚੀਜ਼ ਦੀ ਪੂਜਾ ਕਰੇ ਤਾਂ ਮਹਾਰਾਜ ਕਹਿੰਦੇ ਫਿਰ ਕੀ ਕਵਾਂ? ਤੂੰ ਅਕਾਲ ਪੁਰਖ ਪਰਮਾਤਮਾ ਦਾ ਪੁਜਾਰੀ ਹੋ ਕੇ ਕਿਸੇ ਹੋਰ ਚੀਜ਼ ਤੇ ਟੇਕ ਰੱਖੇ, ਵਿਸ਼ਵਾਸ ਰੱਖੇ, ਤੇਰੇ ਲਈ ਗੱਲ ਸ਼ੋਭਾ ਨਹੀਂ ਦਿੰਦੀ, ਕਿਉਂਕਿ ਸਾਰਾ ਕੁਝ ਕਰਨ ਕਾਰਨ ਪ੍ਰਭ ਏਕ ਹੈ, ਦੂਸਰ ਨਹੀਂ ਕੋਈ, ਦੂਜਾ ਤਾਂ ਹੈ ਹੀ ਕੋਈ ਨਹੀਂ। ਜਿੰਨੇ ਵੀ ਅੱਜ ਉਹਦੀ ਉਸ ਕਰਤੇ ਦੀ ਰਚਨਾ ਹੈ, ਕੁਦਰਤ ਦੀ ਕਿਰਤਮ ਹੈ, ਕਰਤੇ ਦੀ ਕਿਰਤਮ ਜੋ ਕੁਛ ਉਹਨੇ, ਚਾਹੇ ਪੀਰ ਪੈਗੰਬਰ, ਦੇਵੀ ਦੇਵਤੇ, ਔਲੀਏ, ਜਿੰਨੇ ਉਸ ਕਰਤੇ ਦੀ ਕਿਰਤਮ ਹੈ। ਸਤਿਕਾਰ ਸਭ ਦਾ, ਪਿਆਰ ਸਭ ਲਈ, ਸਤਿਕਾਰ ਤੇ ਸ਼ਬਦ ਸਾਰਿਆਂ ਲਈ, ਪਰ ਭਰੋਸਾ ਅਕਾਲ ਪੁਰਖ ਤੇ ਹੋਵੇ। ਦੇਣਾ ਉਸੇ ਨੇ, ਸਭ ਤੋਂ ਸੁਪਰੀਮ ਜਿਹੜੀ ਤਾਕਤ ਹੈ, ਪਾਵਰ ਹੈ, ਉਹ ਅਕਾਲ ਪੁਰਖ ਵਾਹਿਗੁਰੂ ਹੈ। ਉਹਦੇ ਘਰ ਵਿੱਚੋਂ ਇਹ ਸਾਰਾ ਕੁਝ ਆਉਂਦਾ ਹੈ, ਉੱਥੋਂ ਹੀ ਆ ਰਿਹਾ ਤੇ ਉੱਥੋਂ ਹੀ ਮਿਲਣਾ। ਪਰ ਬੜੀ ਅਜੀਬ ਗੱਲ ਹੈ, ਜਿਹੜੇ ਉਹਦੇ ਖਜ਼ਾਨਿਆਂ ਵਿੱਚੋਂ ਸੰਸਾਰ ਨੂੰ ਵਰਤਾ ਰਿਹਾ, ਉਹ ਖਜ਼ਾਨਾ ਕਿਸੇ ਨੇ ਨਹੀਂ ਵੇਖਿਆ। ਜਿੱਥੇ ਉਹ ਸੰਸਾਰ ਨੂੰ ਬਣਾ ਰਿਹਾ, ਉਹ ਫੈਕਟਰੀ ਕਿਸੇ ਨੇ ਨਹੀਂ ਵੇਖੀ। ਜਿੱਥੋਂ ਰਸਤ ਵਸਤ ਆ ਰਹੀ ਆ, ਉਹਦਾ ਉਹ ਭੰਡਾਰਾ ਕਿਸੇ ਨੇ ਨਹੀਂ ਵੇਖਿਆ। ਜਿੱਥੋਂ ਉਹ ਐਡੀਆਂ ਰਹਿਮਤਾਂ ਭੇਜ ਰਿਹਾ, ਉਹਦੇ ਖਜ਼ਾਨੇ, ਉਹਦੇ ਸੋ ਦਰ ਤੇਰਾ ਕਿਹਾ ਸੋ ਘਰ ਕਿਹਾ। ਤੇਰਾ ਉਹ ਦਰ ਕਿਹੋ ਜਿਹਾ, ਤੇਰਾ ਘਰ ਕਿਹੋ ਜਿਹਾ, ਜਿਤ ਬਹਿ ਸਰਬ ਸੰਭਾਲੇ। ਜਿੱਥੇ ਬੈਠ ਕੇ ਪਰਮਾਤਮਾ, ਜਿਸ ਘਰ ਵਿੱਚ ਬੈਠ ਕੇ ਤੂੰ ਸਾਰੀ ਦੁਨੀਆ ਨੂੰ ਸੰਭਾਲ ਰਿਹਾ, ਪਤਾ ਨਹੀਂ ਉਹ ਦਰ ਕਿਹੋ ਜਿਹਾ ਤੇ ਉਹ ਘਰ ਕਿਹੋ ਜਿਹਾ। ਉਹ ਘਰ ਕਿੰਨਾ ਵੱਡਾ ਹੋਏਗਾ ਤੇ ਉਹਦਾ ਦਰ ਕਿੰਨਾ ਵੱਡਾ ਹੋਏਗਾ। ਇੱਕ ਗੱਲ ਸਮਝ ਆਉਂਦੀ ਆ, ਜੇਵੜ ਆਪ ਤੇਵੜ ਤੇਰੀ ਦਾਤ। ਜੇ ਤੂੰ ਬਿਆੰਤ ਹੈ, ਤੇਰਾ ਪਾਰਾਵਾਰ, ਤੇਰਾ ਅੰਤ ਨਹੀਂ ਪਾਇਆ ਜਾ ਸਕਦਾ। ਫਿਰ ਤੇਰੀਆਂ ਦਾਤਾਂ, ਤੇਰੇ ਉਹ ਘਰ ਦਰ ਦਾ ਵੀ ਕੋਈ ਅੰਤ ਨਹੀਂ ਪਾਇਆ ਜਾ ਸਕਦਾ। ਜਿੰਨਾ ਵੱਡਾ ਤੂੰ ਪਰਮਾਤਮਾ ਆਪ ਹੈ, ਉਨਾ ਹੀ ਵੱਡਾ ਤੇਰਾ ਘਰ ਤੇ ਦਰ ਹੋਏਗਾ। ਤਾਂ ਮਹਾਰਾਜ ਸਾਹਿਬ ਕਹਿ ਰਿਹਾ, ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਦੇ ਘਰ ਵਿੱਚ, ਉਹਦੇ ਨਾਮ ਵਿੱਚ ਭਾਈ ਚੁੱਭੀ ਲਾਇਆ ਹੀਰੇ ਜਵਾਹਰਾਤ, ਕੀਮਤੀ ਰਤਨ। ਕੀਮਤੀ ਰਤਨ ਮਣੀਆਂ ਬਰਾਬਰ ਇਹੋ ਜਿਹੇ ਕੀਮਤੀ ਬਚਨ ਮਿਲਦੇ ਆ। ਉਹਨਾਂ ਹੀਰਿਆਂ ਮਣੀਆਂ ਦੇ ਬਰਾਬਰ ਉਹਨਾਂ ਤੋਂ ਕੀਮਤੀ ਰੱਬ ਦੇ ਗੁਣ ਮਿਲਦੇ ਆ। ਰੱਬ ਦੇ ਘਰ ਚੋਂ ਦੈਵੀ ਤਾਕਤਾਂ, ਦੈਵੀ ਸ਼ਕਤੀਆਂ ਮਿਲਦੀਆਂ ਨੇ, ਜਿਹੜੀਆਂ ਉਹ ਦੈਵੀ ਗੁਣਾਂ ਦੀ ਕੀਮਤ ਹੀਰੇ ਜਵਾਹਰਾਤ ਵੀ ਨਹੀਂ ਪਾ ਸਕਦੀ। ਇਹ ਉਹਦੇ ਨਾਮ ਦੀਆਂ ਸਾਰੀਆਂ ਬਰਕਤਾਂ ਨੇ। ਤਾਂ ਮਹਾਰਾਜ ਸਾਹਿਬ ਕਹਿੰਦੇ, ਅਤੇ ਭਾਈ ਇਹ ਜਿਹੜਾ
सतगुरु सच्चे पातशाह दा मिलाप है, ये सारा कुछ गुरु दे राही होना है। ये गुरु की किरपा बख्शिश रहमत दे नाल ही होना है। फुन गुरु परमल सरस करत कंचन परस, फुन गुरु परमल सरस करत कंचन परस, मैल दुरमत हिरत शब्द गुर ध्याई है। सतगुरु दे जिहड़ी चरनां दी शोह है, सतगुरु दा जिहड़ा मिलाप है, सतगुरु दे जिहड़े शब्द दा स्पर्श है, शब्द नूं जपण नाल जो आपां कहीए वार वार नाम जपो, वार वार सिमरन करो, वाहिगुरू दी जिहड़ी धुनी है घंटियां बधी। वैसे तो यह चाहिए क्योंकि गल सारी ध्यान दी है। ध्यान तुहाडा 2 मिनट लग रहा, तुसीं 2 मिनट जप लो। तुहाडा 5 मिनट ध्यान लग रहा, 5 घड़ियां वेख के ना बैठो, घड़ियां वाल ध्यान ला के ना बैठो मैं 2 घंटे 3 घंटे बहना, वो तो फिर एक घड़ी वाल ध्यान रहेगा। घड़ी नूं वेख वेख के जिहड़ा पाठ कीता, सिमरन कीता, वो किसी अर्थ कई बार नहीं आउंदा। गल तो सारी ध्यान दी है। जे ध्यान नाल 2 मिनट भी जपिया गया वो भी लेखे पै जांदा। गल मन नूं टिकाउण दी है। सुनाउणा तो सब कुछ मन नूं है ना, सुनाउणा तो अपने अंतर आत्मे नूं है। ते जे अंतर आत्मे कोई शब्द वसिया नहीं, घंटियां वधी बोल के भी मन ने सुनिया नहीं, घंटियां वधी पढ़ के भी मन पत्थर की तरह रहा, फिर की फायदा होया। महाराज कहते एक शब्द मेरा प्राण वास्ता है, किनका एक जिस जीव सावै, एक अखर हर मन वस्तु, एक घड़ी के सिमरने पापी तरे अनेक। इको ही घड़ी बैठ लै, अद्धी घड़ी बैठ लै, अद्धी तो अद्धी घड़ी, उस तो भी जिहड़ा चौथा हिस्सा 3 मिनट 2.5 मिनट जिहड़े बनदे आ, तू भावें उन्ना क समा बैठ, पर बैठ ध्यान नाल, ध्यान विच वसा, ध्यान दे नाल बाणी पढ़, ध्यान नाल सिमरन कर, ध्यान नाल गुरु गुरु जप, ताकि तेरी वो अद्धी तो अद्धी घड़ी जपिया होया भी कई पापियां दे पाप खंडन की ताकत बन जाए, तेरी गुरु नाल नेड़ता बना जाए। मारे कहते फुन गुरु परमल सरस करत कंचन परस। फिर भाई गुरु दे जदों सतगुरु दी शोह जीव दे अंदर जदों वो शोह मिलदी आ, उहदे अंदर एक स्वादली सुगंधी पैदा कर दिंदी है। उस सुगंधी नूं बयान नहीं किया जा सकता। उस जिहड़ा एक वो अमृत नाम दी बूंद चौंदी है ना, उस बूंद दे रस नूं दसिया नहीं जा सकता। बिल्कुल अवस्था इवें दी है, कहो कबीर गूंगे गुड़ खाया, पूछे ते क्या कहिया। एक गूंगा बंदा गुड़ खा ले, जो पूछो भी किन्ना क स्वाद मिठा लग्या, की दसेगा। नच टप के हस के वो खुशी का इजहार कर सकता, बोलण लई शब्द नहीं उहदे कोल। जिन्हों सतगुरु की शोह प्राप्त होवे, उहदे अंदर वो शब्द जिहड़ा है गुरु की शोह सुगादली जिहड़ी वो सुगंधी पैदा कर दिंदी है, सोना बना दिंदी है, ते दुरमत दी मैल जिहड़ी है वो मैल दूर हो जाती है। जिवें कसवट्टी सोने की मैल कट के शुद्ध सोना बना दिंदी है, इवें गुरु का शब्द सतगुरु पातशाह कहते ने वो अंदर जन्मां जन्मां की मैल कट के सोने वर्गा शुद्ध 12 वन्नी का सोना बना दिंदे आ। ते जदों तुसीं निर्मल हो गए, जीओ निर्मल बाहरों निर्मल, बाहरों तां निर्मल जीओ निर्मल, सतगुर ते करनी कमाणी, कूड़ की सोए पहुंचै नाही मनसा सच सुमाणी। जदों जीओ निर्मल ते बाहरों निर्मल हो गए, फिर तुहाडे अंदर निर्मल परमात्मा वस जाएगा। जदों निर्मल शब्द नाल मन निर्मल हो गया, फिर इस निर्मल मन विचों निर्मल विचार पैदा होणगे। ये निर्मल विचार तुहाडा भी भला करनगे ते जिहड़ा निर्मल विचार सुनेगा ओदा भी भला करनगे, क्योंकि तुहाडा मन निर्मल हो गया, निर्मल परमात्मा का नाम टिक गया, मैल तो रहत नाम टिक गया, उन्हें तुहाडा मन निर्मल करता। महाराज ने तो कहा सी मन मैले तो सब कुछ मैला, जे मन मैला तो सारा कुछ ही मैला है। जे अज फिर मन निर्मल हो गया तो फिर तेरे सारे कर्म भी निर्मल हो गए, तेरे सारे कर्म धर्म भी निर्मल हो गए। जे मन निर्मल हो गया, निर्मल मन विचों कोई मैली विचार नहीं आ सकती, निर्मल मन दे विचों किसी दे प्रति कुछ माड़ा नहीं उपज सकता। निर्मल विचार दे विचों तां नानक नाम चढ़दी कला, तेरे भाणे सरबत दा भला, ए भावना दे बोल निकलणगे। तां गरीब नवाज पातशाह कहंदे गुरु दा शब्द मन निर्मल करदा। जदों तुसीं निर्मल होगे तां ही तां परमात्मा मिलेगा ना। जिन्नी देर तक मन विच मैल है खोट है, रब मिल जाए नहीं हो सकता। गुरु ने कसवट्टी तरह, जिवें कसवट्टी सोने नूं शुद्ध करदी है, गुरु दा शब्द कसवट्टी तरह मन नूं शुद्ध करदा है, मन नूं सोना बना दिंदा है। तो इसलिए सतगुरु पातशाह दे अगले बचन अमृत प्रवाह छुटकांत, सद द्वार जिस
ਗਿਆਨ ਗੁਰ ਬਿਮਲ ਸਰ ਸੰਤ ਸਿੱਖ ਨਾਈ ਹੈ। ਇਹ ਜਿਹੜਾ ਭਾਈ ਜਿਸ ਗੁਰੂ ਦੇ ਦਰ ਤੇ ਸਦਾ ਅੰਮ੍ਰਿਤ ਦੇ ਚਸ਼ਮੇ ਜਾਰੀ ਹਨ, ਸਦਾ ਹੀ, ਕੋਈ ਵੱਖਰਾ ਸਮਾਂ ਵਿਸ਼ੇਸ਼ ਸਮਾਂ ਨਹੀਂ, ਹਰ ਵੇਲੇ ਅੱਠੇ ਪਹਿਰ ਹਮੇਸ਼ਾ ਹੀ ਇੱਥੇ ਜਿਹੜੇ ਅੰਮ੍ਰਿਤ ਦੇ ਚਸ਼ਮੇ ਵਗਦੇ ਹਨ। ਤਾਂ ਮਹਾਰਾਜ ਕਹਿੰਦੇ ਜਿਸ ਗੁਰੂ ਦੇ ਗਿਆਨ ਰੂਪ ਨਿਰਮਲ ਸਰੋਵਰ ਵਿੱਚ ਸਿੱਖ ਸੰਤ ਗੁਰਮੁਖ, ਗੁਰਮੁਖ ਰੂਹਾਂ, ਗੁਰਮੁਖ ਜਨ, ਜਿਨ੍ਹਾਂ ਦਾ ਮੁਖ ਗੁਰੂ ਵੱਲ ਹੋਵੇ, ਜਿਨ੍ਹਾਂ ਦੇ ਮੁਖ ਵਿੱਚ ਗੁਰੂ ਹੋਵੇ, ਮਨ ਵਿੱਚ ਗੁਰੂ ਹੋਵੇ, ਸੰਤ ਸਿੱਖ ਨਹਾਈਐ ਉਸ ਗੁਰੂ ਦੇ ਸ਼ਬਦ ਰੂਪੀ ਨਿਰਮਲ ਸਰੋਵਰ ਦੇ ਵਿੱਚ ਫਿਰ ਉਹ ਸੰਤ ਗੁਰਮੁਖ ਪਿਆਰੇ ਇਸ਼ਨਾਨ ਕਰਦੇ ਹਨ। ਹੁਣ ਉਹ ਸਰੀਰ ਦਾ ਇਸ਼ਨਾਨ ਨਹੀਂ, ਉਹ ਬਾਹਰੀ ਤੌਰ ਤੇ ਜਿਹੜਾ ਇਸ਼ਨਾਨ ਅਸੀਂ ਸਰੋਵਰਾਂ ਦੇ ਵਿੱਚ ਜਾਂ ਘਰਾਂ ਵਿੱਚ ਕਰਦੇ ਹਾਂ, ਉਹ ਇਸ਼ਨਾਨ ਨਹੀਂ, ਸ਼ਬਦ ਦੇ, ਕਿਉਂਕਿ ਸ਼ਬਦ ਗੁਰੂ ਸੁਰਤ ਤੋਂ ਨਚੇਲਾ, ਸ਼ਬਦ ਤੇ ਸੁਰਤ ਦੀ ਗੱਲ ਚੱਲ ਰਹੀ ਹੈ। ਮਹਾਰਾਜ ਕਹਿੰਦੇ ਜੇ ਸ਼ਬਦ ਵਿੱਚ ਇਸ਼ਨਾਨ ਹੋਏਗਾ ਤਾਂ ਤੇਰੀ ਸੁਰਤ ਕਰੇਗੀ, ਤੇਰਾ ਆਤਮਾ ਕਰੇਗਾ, ਤੇਰਾ ਮਨ ਕਰੇਗਾ, ਕਿਉਂਕਿ ਸ਼ਬਦ ਦੇ ਵਿੱਚ ਇਸ਼ਨਾਨ ਇਹ ਤੇਰਾ ਅੰਤਰਾਤਮਾ ਹੀ ਕਰ ਸਕਦਾ, ਸਰੀਰ ਨਹੀਂ। ਅੰਦਰੋਂ ਨਿਰਮਲ ਹੋ ਜਾਏਗਾ, ਬਾਹਰੋਂ ਤਾਂ ਹਰ ਰੋਜ਼ ਨਿਰਮਲ ਹੋਣ ਦਾ ਯਤਨ ਕਰੀਦਾ, ਪਰ ਗੱਲ ਤਾਂ ਅੰਦਰੋਂ ਨਿਰਮਲ ਹੋਣ ਦੀ ਹੈ ਨਾ। ਤਾਂ ਮਹਾਰਾਜ ਸਾਹਿਬ ਕਰਿਆ ਜਿਸ ਗੁਰੂ ਦੇ ਦਰ ਤੇ ਭਾਈ ਸਦਾ ਹੀ ਅੰਮ੍ਰਿਤ ਦੇ ਚਸ਼ਮੇ ਵਗ ਰਹੇ ਹਨ, ਅੰਮ੍ਰਿਤ ਨਾਮ ਦੀ ਰੌਂ ਚੱਲ ਰਹੀ ਹੈ, ਝਿਮ ਝਿਮ ਵਰਸੈ ਅੰਮ੍ਰਿਤ ਧਾਰਾ। ਇੱਥੇ ਝਿਮ ਝਿਮ ਕਰਕੇ ਅੰਮ੍ਰਿਤ ਧਾਰਾ ਉਹ ਰਸ ਵਰਤ ਰਿਹਾ ਹੈ। ਪਤਾ ਨਹੀਂ ਜਿਹਦਾ ਹਿਰਦੇ ਦਾ ਭਾਂਡਾ ਸਿੱਧਾ ਹੋ, ਮੀਂਹ ਤਾਂ ਹੁਣ ਮੋਲੇ ਧਾਰ ਨਿੱਕੀ ਨਿੱਕੀ ਕਣੀ ਦਾ ਰਚਮਾ ਮੀਂਹ ਪੈ ਰਿਹਾ, ਪਰ ਜੇ ਭਾਂਡੇ ਮੁੱਦੇ ਵੱਜੇ ਹੁਣ ਫਿਰ ਮੀਂਹ ਦਾ ਬੱਦਲਾਂ ਦਾ ਕਸੂਰ ਨਹੀਂ, ਭਾਂਡੇ ਸਿੱਧੇ ਹੋਣ, ਬਾਹਰ ਦਾ ਮੀਂਹ ਭਾਂਡੇ ਭਰ ਜਾਂਦਾ ਹੈ। ਜੇ ਗੁਰੂ ਕੋਲ ਬੈਠ ਕੇ ਹਿਰਦਿਆਂ ਦੇ ਭਾਂਡੇ ਸਿੱਧੇ ਕਰਕੇ ਬੈਠੀਏ, ਜਿਹੜਾ ਇਹ ਝਿਮ ਝਿਮ ਵਰਸੈ ਅੰਮ੍ਰਿਤ ਧਾਰਾ, ਅੰਮ੍ਰਿਤ ਰਸ ਦੀ ਰੌਂ, ਅੰਮ੍ਰਿਤ ਦਾ ਮੀਂਹ ਪੈ ਰਿਹਾ, ਪਤਾ ਨਹੀਂ ਕਿਸ ਵੇਲੇ ਕਿਹੜੀ ਬੂੰਦ ਸਾਡੇ ਹਿਰਦੇ ਵਿੱਚ ਟਿਕ ਜਾਣੀ ਹੈ, ਤੇ ਇੱਕੋ ਹੀ ਬੂੰਦ ਨੇ ਸਾਡਾ ਜੀਵਨ ਬਦਲ ਜਾਣਾ ਹੈ। ਤਾਂ ਮਹਾਰਾਜ ਸਾਹਿਬ ਕਹਿ ਰਿਹਾ ਭਾਈ ਜਿਸ ਗੁਰੂ ਦੇ ਗਿਆਨ ਰੂਪ ਨਿਰਮਲ ਸਰੋਵਰ ਵਿੱਚ ਸਾਰੇ ਸੰਤ ਸਿੱਖ ਗੁਰਸਿੱਖ ਪਿਆਰੇ ਇਸ਼ਨਾਨ ਕਰਦੇ ਹਨ, ਤਾਂ ਨਾਮ ਨਿਰਵਾਣ ਨਿਧਾਨ ਹਰ ਉਰ ਧਰੋ, ਨਾਮ ਨਿਰਵਾਣ ਨਿਧਾਨ ਹਰ ਉਰ ਧਰੋ, ਗੁਰੂ ਗੁਰ ਗੁਰ ਕਰੋ ਗੁਰੂ ਹਰ ਪਾਈਐ। ਤਾਂ ਮਹਾਰਾਜ ਕਹਿੰਦੇ ਉਸ ਗੁਰੂ ਦੇ ਰਾਹੀਂ ਹਰੀ ਦੇ ਵਾਸ਼ਨਾ ਰਹਿਤ ਨਾਮ ਖਜ਼ਾਨੇ ਨੂੰ ਆਪਣੇ ਹਿਰਦੇ ਵਿੱਚ ਜਿਹੜਾ ਉਹਨੂੰ ਟਿਕਾਓ, ਉਸ ਹਰੀ ਦੇ ਨਾਮ ਰੂਪੀ ਖਜ਼ਾਨੇ ਨੂੰ ਆਪਣੇ ਜ਼ਿਹਨ ਵਿੱਚ ਟਿਕਾਓ, ਆਪਣੇ ਮਨ ਵਿੱਚ ਟਿਕਾਓ, ਆਪਣੇ ਹਿਰਦੇ ਵਿੱਚ ਟਿਕਾਓ। ਜਿਹੜੇ ਉਸ ਨਾਮ ਨਿਰਵਾਣ ਨਿਧਾਨ ਖਜ਼ਾਨੇ ਨੂੰ ਹਿਰਦੇ ਵਿੱਚ ਟਿਕਾ ਲੈਂਦੇ ਨੇ, ਫਿਰ ਉਹ ਗੁਰੂ ਗੁਰੂ ਜਪਦੇ, ਗੁਰੂ ਦੇ ਰਾਹੀਂ ਪ੍ਰਮਾਤਮਾ ਨੂੰ ਮਿਲ ਪੈਂਦੇ ਹਨ। ਗੁਰੂ ਦਾ ਹਰ ਵੇਲੇ ਸਿਮਰਨ ਕਰਦੇ, ਉਹਦੇ ਨਾਮ ਦਾ ਭਾਵ ਉਹਦੇ ਗੁਣਾਂ ਦਾ ਖਜ਼ਾਨਾ ਅੰਦਰ ਟਿਕਾ ਕੇ, ਉਹਦੇ ਦੇਵੀ ਗੁਣਾਂ ਦਾ ਖਜ਼ਾਨਾ ਅੰਦਰ ਟਿਕਾ ਕੇ ਇੱਕ ਦਿਨ ਗੁਰੂ ਗੁਰੂ ਜਪਦੇ ਪ੍ਰਮਾਤਮਾ ਦਾ ਸਰੂਪ ਹੋ ਜਾਂਦੇ ਆ, ਪ੍ਰਮਾਤਮਾ ਵਰਗੇ ਜਾਪਣ ਲੱਗ ਪੈਂਦੇ ਆ, ਉਹ ਗੁਰੂ ਵਰਗੇ ਜਾਪਣ ਲੱਗ ਪੈਂਦੇ ਆ। ਉਹਨਾਂ ਦੇ ਬੋਲਾਂ ਵਿੱਚ ਗੁਰੂ ਝਲਕਦਾ ਹੈ, ਉਹਨਾਂ ਦੇ ਕਰਮ ਵਿੱਚ ਗੁਰੂ ਝਲਕਦਾ ਹੈ, ਉਹਨਾਂ ਦੇ ਵਿਵਹਾਰ ਆਚਰਣ ਵਿੱਚ ਗੁਰੂ ਝਲਕਦਾ ਹੈ, ਉਹਨਾਂ ਦੀ ਰਹਿਤ ਬਹਿਤ ਵਿੱਚ ਗੁਰੂ ਝਲਕਦਾ ਹੈ। ਤੇ ਮਹਾਰਾਜ ਸਾਹਿਬ ਕਹਿੰਦੇ ਆ ਬਹੁਤਾਤ ਗਿਣਤੀ ਧਰਮ ਦੀ ਦੁਨੀਆ, ਬੋਲਾਂ ਵਿੱਚ ਤਾਂ ਧਰਮ ਬਹੁਤ ਝਲਕਦਾ ਹੈ, ਪਰ ਜਦੋਂ ਅਮਲੀ ਜੀਵਨ ਵੇਖੀਏ, ਜੀਵਨ ਦੇ ਵਿੱਚ ਧਰਮ ਨਹੀਂ ਹੁੰਦਾ। ਤਾਂ ਹੀ ਤਾਂ ਭੱਟ ਸਾਹਿਬਾਨਾਂ ਨੇ ਕਿਹਾ ਸੀ ਨਾ, ਰਹਿਓ ਸੰਤ ਹੋਂ ਟੋਲ ਸਾਧ ਬਹੁ ਤੇਰੇ ਟਿੱਠੇ, ਸੰਨਿਆਸੀ ਤਪਸੀਏ ਮੁਖੋ ਇਹ ਪੰਡਤ ਮਿੱਠੇ। ਇਹ ਬੜੇ ਮੁਖ ਤੋਂ ਮਿੱਠੀਆਂ ਜ਼ੁਬਾਨ ਦੀਆਂ ਗੱਲਾਂ ਕਰ ਰਹੇ ਸਨ। ਕਹਿਣ ਲੱਗੇ ਸੀ ਇਹਨਾਂ ਕੋਲ ਗਏ, ਮਹਾਰਾਜ ਇਹ ਕਹਿੰਦੇ ਕੁਝ ਹੋਰ ਸੀ ਤੇ ਕਰਦੇ ਕੁਝ ਹੋਰ ਸੀ। ਜਦੋਂ ਕਰਨੀ ਤੇ ਕਥਨੀ ਇੱਕ ਨਾ ਹੋਵੇ, ਫਿਰ ਕਦੇ ਉਹ ਕਿਸੇ ਦਾ ਵੀ ਕੁਝ ਨਹੀਂ ਸਵਾਰ ਸਕਦੇ, ਆਪਣੀ ਵੀ ਜ਼ਿੰਦਗੀ ਨੂੰ ਉਜੜਦੇ ਰਾਹਾਂ ਤੇ ਪਾ ਲੈਂਦੇ ਆ। ਤੇ ਗੁਰੂ ਘਰ ਦੇ ਵਿੱਚ ਗੁਰੂ ਸਾਹਿਬਾਨਾਂ ਨੇ ਜੋ ਸਾਨੂੰ ਕਿਹਾ ਉਹੀ ਕੀਤਾ, ਜੋ ਕੀਤਾ ਉਹੀ ਕਿਹਾ। ਇੱਥੇ ਕਹਿਣੀ ਕਥਨੀ ਬਰਾਬਰ ਹੈ। ਤਾਂ ਹੀ ਇੱਥੇ ਆ ਕੇ ਭੱਟਾਂ ਦਾ ਮਨ ਖੜਿਆ ਸੀ ਕਿ ਜੋ ਗੁਰੂ ਅਰਜਨ ਸਾਹਿਬ ਕਹਿ ਰਿਹਾ ਉਹ ਇਸ ਘਰ ਵਿੱਚ ਕਮਾਇਆ ਵੀ ਜਾ ਰਿਹਾ। ਇੱਥੇ ਕੱਲੀਆਂ ਗੱਲਾਂ ਸ਼ਿੰਗਾਰ ਕੇ ਗੱਲਾਂ ਹੀ ਦੁਨੀਆ ਦੇ ਸਾਹਮਣੇ ਨਹੀਂ ਰੱਖੀਆਂ ਜਾਂਦੀਆਂ ਵੀ ਇੱਕ ਕੰਨ ਰਸ ਬਣ ਜਾਏ, ਲੋਕ ਗੱਲਾਂ ਸੁਣ ਕੇ ਖੁਸ਼ ਹੋ ਜਾਣ, ਬੜੀਆਂ ਚੰਗੀਆਂ ਤੇ ਸੋਹਣੀਆਂ ਗੱਲਾਂ ਕੀਤੀਆਂ। ਗੱਲਾਂ ਉਹੀ ਕੀਤੀਆਂ ਜਾਂਦੀਆਂ ਜਿਹੜੀਆਂ ਕਮਾਈਆਂ ਵੀ ਜਾਂਦੀਆਂ ਨੇ। ਜਿਹੜਾ ਜੇ ਕਿਸੇ ਨੂੰ ਕੁਛ ਜਿੰਨਾ ਕੁ ਕਰ ਸਕਦੇ ਆ ਉਨੀ ਕੀ ਗੱਲ ਇੱਥੇ ਕੀਤੀ ਜਾਂਦੀ ਹੈ, ਵੱਧ ਘੱਟ ਨਹੀਂ। ਇਸੇ ਗੱਲ ਤੋਂ ਉਹ ਪਤੀਜ ਕੇ ਧੰਨ ਗੁਰੂ ਅਰਜਨ ਸਾਹਿਬ ਦੇ ਚਰਨਾਂ ਵਿੱਚ ਟਿਕ ਗਏ। ਅੱਜ 123 ਸਵਈਏ ਉਹਨਾਂ ਨੇ 5 ਗੁਰੂ ਸਾਹਿਬਾਨਾਂ ਦੀ ਉਸਤਤ ਵਿੱਚ ਸਾਨੂੰ ਬਖਸ਼ਿਸ਼ ਕਰ ਦਿੱਤੇ। ਗੁਰੂ ਸਾਹਿਬਾਨਾਂ ਦੀ ਉਸਤਤ ਕਰਨੀ ਸਾਨੂੰ ਦੱਸ ਦਿੱਤੀ। ਤਾਂ ਇਸ ਲਈ ਭਾਈ ਅੱਜ ਦੇ ਬਚਨ ਵਿੱਚ ਭੱਟ ਸਾਹਿਬਾਨ ਕਹਿ ਰਹੇ ਆ, ਜਿਨ੍ਹਾਂ ਨੇ ਗੁਰੂ ਨੂੰ ਮਿਲਣਾ, ਪਰਮਾਤਮਾ ਨੂੰ ਮਿਲਣਾ,
ਉਹ ਗੁਰੂ ਗੁਰੂ ਜਪੋ। ਧੰਨ ਗੁਰੂ ਰਾਮਦਾਸ ਮਹਾਰਾਜ ਪਰਮਾਤਮਾ ਨੂੰ ਮਿਲੇ। ਅੱਜ ਗੁਰੂ ਰਾਮਦਾਸ ਮਹਾਰਾਜ ਦੇ ਚਰਨਾਂ ਨਾਲ ਜੁੜ ਜਾਈਏ। ਗੁਰੂ ਗੁਰੂ ਜਪਦੇ ਇੱਕ ਦਿਨ ਅਸੀਂ ਵੀ ਉਸ ਪਰਮਾਤਮਾ ਨਾਲ ਮਿਲ ਪਵਾਂਗੇ। ਸਾਡਾ ਵੀ ਮਿਲਾਪ ਉਸ ਗੁਰੂ ਨਾਲ ਹੋ ਜਾਏਗਾ। ਸਾਡੇ ਵੀ ਹਿਰਦੇ ਵਿੱਚ ਗੁਰੂ ਦੇ ਨਿਰਵਾਣ ਨਾਮ ਨਿਧਾਨ ਦਾ ਖਜ਼ਾਨਾ ਟਿਕ ਜਾਏਗਾ। ਅਸੀਂ ਵੀ ਗੁਰੂ ਦੀ ਬਖਸ਼ਿਸ਼ ਦੇ ਨਾਲ ਸਾਜੇ ਤੇ ਨਵਾਜੇ ਜਾਵਾਂਗੇ। ਸਾਡਾ ਵੀ ਇਹ ਜੀਵਨ ਸਫਲ ਹੋ ਜਾਏਗਾ। ਸੋ ਖੈਰ, ਗੁਰੂ ਦੀਆਂ ਬੇਅੰਤ ਵਡਿਆਈਆਂ ਨੇ, ਗੁਰੂ ਦੀਆਂ ਬੇਅੰਤ ਬਖਸ਼ਿਸ਼ਾਂ ਰਹਿਮਤਾਂ ਨੇ। ਹਰ ਰੋਜ਼ ਆਪਾਂ ਨਵੇਂ ਤੋਂ ਨਵੇਂ ਜਿਹੜਾ ਅੱਗੇ ਲੜੀਵਾਰ ਸਵਈਏ ਚੱਲਦੇ, ਹਰ ਰੋਜ਼ ਨਵੀਂ ਵਿਚਾਰ ਹੁੰਦੀ ਹੈ, ਨਵਾਂ ਸੁਨੇਹਾ ਹੁੰਦਾ, ਨਵਾਂ ਸ਼ਬਦ ਹੁੰਦਾ, ਨਵਾਂ ਹੀ ਉਹਦੇ ਵਿੱਚ ਗਿਆਨ ਹੁੰਦਾ। ਤਾਂ ਹੀ ਕਿਹਾ ਸਾਹਿਬ ਮੇਰਾ ਨੀਤ ਨਵਾਂ। ਇਹ ਜੁਗਾਂ ਜੁਗਾਂਤਰਾਂ ਤੱਕ ਆਪਾਂ ਲੱਗੇ ਰਹੀਏ। ਕਿੰਨੇ ਕਥਾਵਾਚਕ ਹੋ ਕੇ ਚਲੇ ਗਏ, ਕਿੰਨੇ ਕਰ ਰਿਹਾ, ਕਿੰਨਿਆਂ ਨੇ ਕਰ ਰਹੀਆਂ ਕਥਾ, ਪਰ ਕੋਈ ਵੀ ਇਹ ਨਹੀਂ ਕਹਿ ਕੇ ਗਿਆ ਇਸ ਤੋਂ ਵੱਧ ਹੁਣ ਕਥਾ ਦੀ ਲੋੜ ਨਹੀਂ, ਕਿਉਂਕਿ ਜੋ ਅਸੀਂ ਕਹਿ ਗਏ ਉਹ ਆਖਰੀ ਸੰਦੇਸ਼ ਹੈ, ਆਖਰੀ ਉਪਦੇਸ਼ ਹੈ। ਨਿੱਕੀ ਨਿੱਕੀ ਅਕਲ ਜਿਨ੍ਹਾਂ ਦੇ ਘੋੜੇ ਉਹ ਅਕਲਾਂ ਦੇ ਭੱਜੇ, ਤੇ ਥੋੜਾ ਥੋੜਾ ਗਿਆਨ ਆਪ ਆਪਣੀ ਬੁੱਧ ਹੈ ਜੇਤੀ। ਜਿੰਨੀ ਜਿੰਨੀ ਬੁੱਧ ਮਤ ਸਮਤ ਮਹਾਰਾਜ ਨੇ ਬਖਸ਼ੀ, ਉਹਨਾਂ ਕੋ ਵਿਖਿਆਨ ਕਰਕੇ ਚਲੇ ਗਏ। ਪਰ ਇਹ ਸਮੁੰਦਰ ਅੱਜ ਵੀ ਉਸੇ ਤਰ੍ਹਾਂ ਲਵਾ ਲੱਭ ਭਰਿਆ ਹੋਇਆ। ਮਸਕੀਨ ਸਾਹਿਬ ਆਖਰੀ ਕਥਾ ਜਦੋਂ ਕਾਨਪੁਰ ਕੀਤੀ ਹੈ ਨਾ ਉਹਨਾਂ, ਤੇ 16 ਸਾਲ ਦੀ ਉਮਰ 'ਚ ਕਥਾ ਕਰਨ ਲੱਗੇ ਸੀ। ਕਿੱਡੀ ਉਮਰ, ਕਿੰਨੇ ਅੱਧੀ ਸਦੀ ਤੋਂ ਵੱਧ ਉਹਨਾਂ ਨੇ ਲੰਬਾ ਸਮਾਂ ਕਥਾ ਕੀਤੀ। ਪਰ ਆਖਰੀ ਕਥਾ ਵਿੱਚ ਇਹੀ ਬਚਨ ਸਨ, ਕਹਿੰਦੇ ਹੁਣ ਥੋੜੀ ਜੀ ਸਮਝ ਆਈ, ਹੁਣ ਜਾਣ ਦਾ ਵੇਲਾ ਆ ਗਿਆ। ਆਖਰੀ ਕਥਾ ਦੇ ਬੋਲ ਸਨ ਵੀ ਹੁਣ ਸਮਝ ਆਈ, ਹੁਣ ਜਾਣ ਦਾ ਵੇਲਾ ਆ ਗਿਆ। ਗਿਆਨੀ ਸੋਹਣ ਸਿੰਘ ਸੀਤਲ ਸਾਹਿਬ ਨੇ ਲਿਖਿਆ, ਕਹਿੰਦੇ ਜਦੋਂ ਕੁਝ ਪੜ੍ਹਿਆ ਨਹੀਂ ਸੀ ਉਦੋਂ ਲੱਗਦਾ ਸੀ ਬਹੁਤ ਕੁਝ ਪੜ੍ਹ ਲਿਆ, ਬੜਾ ਕੁਝ ਸਿੱਖ ਗਏ। 100 ਕਿਤਾਬ ਪੜ੍ਹ ਕੇ ਲੱਗਦਾ ਸੀ ਪਤਾ ਨਹੀਂ ਮੇਰੇ ਵਰਗਾ ਗਿਆਨੀ ਕੋਈ ਨਹੀਂ। ਹੁਣ ਕਹਿੰਦੇ ਇੰਨਾ ਕੁਝ ਪੜ੍ਹ ਕੇ ਵੀ ਲੱਗਦਾ ਕੁਝ ਵੀ ਨਹੀਂ ਪੜ੍ਹਿਆ, ਇੰਨਾ ਕੁਝ ਪੜ੍ਹ ਕੇ ਵੀ ਲੱਗਦਾ ਕੁਝ ਵੀ ਨਹੀਂ ਪੜ੍ਹਿਆ, ਕਿਉਂਕਿ ਇਹ ਖਜ਼ਾਨਾ ਹੀ ਇੰਨਾ ਭਾਈ ਕੀਮਤੀ ਹੈ ਤੇ ਇੰਨਾ ਵਿਸ਼ਾਲ ਹੈ। ਖੈਰ, ਅੱਜ ਸਿੱਖ ਕੌਮ ਦੇ ਅੰਦਰ ਬੜਾ ਸਤਿਕਾਰਤ ਦਿਨ ਹੈ। ਕਈ ਅੱਜ ਦੀਵਾਲੀ ਮਨਾਉਣਗੇ, ਪਰ ਸਿੱਖ ਧਰਮ ਦੀ ਦੀਵਾਲੀ ਨਹੀਂ, ਸਾਡਾ ਬੰਦੀ ਛੋੜ ਦਿਵਸ ਹੈ। ਸਾਡੀ ਦੀਵਾਲੀ ਲੋਕਾਂ ਵਰਗੀ ਦੀਵਾਲੀ ਨਹੀਂ। ਦੀਵਾਲੀ ਦੇ ਅਰਥ ਨੇ ਦੀਵਿਆਂ ਦਾ ਤਿਉਹਾਰ। ਜਿਸ ਦਿਨ ਦੀਵੇ ਬਾਲੇ ਜਾਂਦੇ ਆ, ਇੱਕ ਪੁਰਾਤਨ ਸਾਡੇ ਦੇਸ਼ ਦੀ ਇੱਕ ਰਵਾਇਤ ਹੈ, ਕਿਉਂਕਿ ਜਦੋਂ ਲੋਕ ਗਰਮੀਆਂ ਤੋਂ ਬਾਅਦ ਸਰਦੀਆਂ ਦਾ ਮੌਸਮ ਸ਼ੁਰੂ ਹੁੰਦਾ ਸੀ ਨਾ, ਤਾਂ ਉਹਨਾਂ ਨੇ ਘਰਾਂ ਦੀ ਅੰਦਰ ਜੋ ਵੀ ਜਿਹੋ ਜਿਹੇ ਘਰ ਨੇ ਕੱਚੇ ਪੱਕੇ ਉਹਨੂੰ ਸਾਫ਼ ਕਰਦੇ ਸਨ। ਫਿਰ ਅੰਦਰ ਦੀਵਾ ਜਗਾ ਕੇ ਚਾਨਣ ਕਰਨਾ ਵੀ ਕਿਸੇ ਤਰ੍ਹਾਂ ਦੀ ਕੋਈ ਨੈਗੇਟਿਵਿਟੀ ਹੈ, ਕੁਝ ਵੀ ਹੈ, ਉਹ ਖਤਮ ਹੋ ਜਾਏ। ਤੇ ਹੁਣ ਅਸੀਂ ਗਰਮੀਆਂ ਵਿੱਚ ਸਾਰੀ ਰਾਤ ਸਾਰੀ ਗਰਮੀ ਬਾਹਰ ਸੁੱਤੇ, ਹੁਣ ਅਸੀਂ ਕਮਰਿਆਂ 'ਚ ਸੌਣਾ ਹੈ। ਸਫਾਈ ਕਰਕੇ ਦੀਵਾ ਬਾਲ ਕੇ, ਇੱਕ ਚਾਨਣ ਦਾ ਪ੍ਰਤੀਕ, ਖੁਸ਼ੀ ਦਾ ਪ੍ਰਤੀਕ ਕਿ ਹੁਣ ਅਸੀਂ ਆਪਣੇ ਕਮਰਿਆਂ 'ਚ ਘਰਾਂ ਵਿੱਚ ਸੌਣਾ ਹੈ। ਉਦੋਂ ਵੀ ਲੋਕ ਦੀਵੇ ਜਗਾਉਂਦੇ ਸਨ। ਦੀਵਾਲੀ ਕਿੰਨਾ ਕੁ ਪੁਰਾਣਾ ਤਿਉਹਾਰ ਹੈ, ਇਹਦੇ ਬਾਰੇ ਇਤਿਹਾਸਕਾਰ ਚੁੱਪ ਨੇ, ਪਰ ਦੇਖੋ ਦੇਖ ਅਸੀਂ ਵੀ ਮਨਾਉਣ ਲੱਗ ਪਏ। ਪਰ ਗੁਰਮਤ ਦੇ ਅੰਦਰ ਸਾਨੂੰ ਕਿਹਾ ਵੀ ਦੀਵਾਲੀ ਭਾਈ ਤੁਸੀਂ ਬੰਦੀ ਛੋੜ ਰੂਪ ਵਿੱਚ ਮਨਾਓ। ਅੱਜ ਦੇ ਦਿਨ, ਵੈਸੇ ਅੱਜ ਦੇ ਅਜੋਕੇ ਵਿਦਵਾਨ ਕਹਿੰਦੇ ਆ ਕਿ ਉਸ ਦਿਨ ਦੀਵਾਲੀ ਨਹੀਂ ਸੀ ਜਿਸ ਦਿਨ ਗੁਰੂ ਹਰਗੋਬਿੰਦ ਸਾਹਿਬ ਅੰਮ੍ਰਿਤਸਰ ਆਏ ਆ ਗਵਾਲੀਅਰ ਦੇ ਕਿਲੇ 'ਚ। ਖੈਰ, ਇਹ ਅਸੀਂ ਮਨਾਉਣ ਲੱਗ ਪਏ। ਕਦੇ ਸਮਾਂ ਸੀ ਜਦੋਂ ਸਿੱਖ ਜਗਤ ਦੇ ਅੰਦਰ ਸਰਬੱਤ ਖਾਲਸੇ ਹੁੰਦੇ ਸਨ। ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਵੇਲੇ ਸਰਬੱਤ ਖਾਲਸੇ ਬੰਦ ਹੋਏ। ਮੈਂ ਸੰਖੇਪ ਰੂਪ ਵਿੱਚ ਬੇਨਤੀ ਕਰਨੀ ਚਾਹੁੰਦਾ, ਸਰਬੱਤ ਖਾਲਸੇ ਦੋ ਵੇਲਿਆਂ ਤੇ ਹੁੰਦੇ ਸਨ, ਇੱਕ ਵਿਸਾਖੀ ਤੇ ਇੱਕ ਦੀਵਾਲੀ ਤੇ। ਸਾਰੇ ਪੰਥ ਨੇ ਜਾਂ ਵਿਸਾਖੀ ਮੌਕੇ ਅਕਾਲ ਤਖਤ ਸਾਹਿਬ ਤੇ ਇਕੱਠੇ ਹੋਣਾ, ਜਾਂ ਦੀਵਾਲੀ ਮੌਕੇ ਅਕਾਲ ਤਖਤ ਸਾਹਿਬ ਤੇ ਇਕੱਠੇ ਹੋਣਾ। ਇਹ ਸ਼ੇਰੇ ਪੰਜਾਬ ਵੇਲੇ ਸਰਬੱਤ ਖਾਲਸੇ ਬੰਦ ਕੀਤੇ ਗਏ। ਉਦੋਂ ਪੰਥ ਨੇ ਇਕੱਠਿਆਂ ਹੋ ਕੇ ਗੁਰਮਤੇ ਕਰਨੇ, ਪੰਥ ਨੇ ਇਕੱਠਿਆਂ ਹੋ ਕੇ ਗੁਰਮਤ ਵਿਚਾਰਾਂ, ਪੰਥ ਦੀ ਚੜ੍ਹਦੀ ਕਲਾ ਲਈ ਵਿਚਾਰਾਂ ਕਰਨੀਆਂ, ਤੇ ਆਪਣੇ ਗੁਰਧਾਮਾਂ ਦੀ ਕਿਵੇਂ ਸਹੀ ਤਰੀਕੇ ਨਾਲ ਸੇਵਾ ਸੰਭਾਲ ਕਰ ਸਕਦੇ ਆ, ਹਿਫਾਜ਼ਤ ਕਰ ਸਕਦੇ ਆ, ਇਹੋ ਜਿਹੇ ਗੁਰਮਤੇ, ਇਹੋ ਜਿਹੇ ਉਹਦੇ ਵਿੱਚ ਮਤੇ ਵਿਚਾਰੇ ਜਾਂਦੇ ਸਨ। ਤਾਂ ਹੌਲੀ ਹੌਲੀ ਉਹ ਸਰਬੱਤ ਖਾਲਸੇ ਜਿਹੜੇ ਹੋਏ, ਖਤਮ ਹੋਏ। ਕਿਸੇ ਨੇ ਕਿਹਾ ਇਹ ਦੀਪਮਾਲਾ ਬਾਬਾ ਬੁੱਢਾ ਸਾਹਿਬ ਨੇ ਸ਼ੁਰੂ ਕੀਤੀ, ਕਿਸੇ ਨੇ ਕਿਹਾ ਜਦੋਂ ਗੁਰੂ ਹਰਗੋਬਿੰਦ ਸਾਹਿਬ ਅੰਮ੍ਰਿਤਸਰ ਪਹੁੰਚਦੇ ਆ, ਪਿਰਥੀ ਚੰਦ ਦੇ ਪੁੱਤਰ ਮਿਹਰਵਾਨ ਨੇ ਦੀਪਮਾਲਾ ਕੀਤੀ। ਪਰ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਜੇ ਹੁਕਮਨਾਮਿਆਂ ਨੂੰ ਆਪਾਂ ਪੜ੍ਹੀਏ ਤਾਂ ਉਹਦੇ ਵਿੱਚ ਮਹਾਰਾਜ ਵੀ ਇਹ ਜ਼ਿਕਰ ਕਰਦੇ ਆ ਵੀ ਦੀਪਮਾਲਾ ਤੇ ਸਿੱਖ ਆਨੰਦਪੁਰ ਜ਼ਰੂਰ ਪਹੁੰਚੇ। ਇਹਦਾ ਮਤਲਬ ਦੀਪਮਾਲਾ ਚੱਲਦੀ ਆ ਰਹੀ ਆ। ਕਿਸ ਸੰਦਰਭ 'ਚ ਹੁੰਦੀ ਹੈ ਇਹ ਗੱਲ ਵੱਖਰੀ ਹੈ। ਅਸਲ ਦੇ ਵਿੱਚ ਜਿਹੜਾ ਦੀਵਾ ਹੈ ਨਾ, ਇਹ ਖੁਸ਼ੀ ਦਾ, ਚਾਨਣ ਦਾ ਪ੍ਰਤੀਕ ਹੈ। ਜਿਹੜਾ ਹਨੇਰਾ ਹੈ ਇਹ ਸੋਗ ਦਾ ਪ੍ਰਤੀਕ ਹੈ। ਆਪਾਂ ਪਿੰਡਾਂ ਵਿੱਚ ਰਹਿਣ ਵਾਲੇ ਆ, ਪਿੰਡਾਂ 'ਚ ਕਿਸੇ ਦੇ ਕਹਿਰ ਦੀ ਮੌਤ ਹੋਈ ਹੋਣੀ, ਉਹ ਕਹਿੰਦੇ ਵੀ ਘਰ ਦੀਆਂ ਜਿਹੜੀਆਂ ਲਾਈਟਾਂ ਬੰਦ ਕਰ ਦਿਓ, ਕਿਉਂਕਿ ਮਾਤਮ ਛਾਇਆ ਹੈ। ਦੀਵਾ ਤੱਕ ਨਹੀਂ ਉਹ ਬਾਲਣ ਦਿੰਦੇ ਸਨ ਵੀ ਘਰ ਵਿੱਚ ਸੋਗ ਹੈ, ਦੀਵਾ ਤੱਕ ਨਹੀਂ ਬਾਲਣਾ। ਪਰ ਜਦੋਂ ਬਹੁਤੀ ਖੁਸ਼ੀ ਹੋਵੇ,
ਫਿਰ ਘਰ ਦੇ ਦੀਵੇ ਤਾਂ ਬਾਲਣੇ ਆ, ਵੱਖਰੇ ਪੈਸੇ ਦੇ ਕੇ ਬਾਹਰ ਕੰਧਾਂ ਤੇ ਹੋਰ ਵੀ ਲਾਈਟਾਂ ਲਵਾਈਆਂ ਜਾਂਦੀਆਂ ਜਿਵੇਂ ਅੱਜ ਕੱਲ ਲੋਕ ਲਵਾ ਰਹੇ ਆ। ਇੱਕ ਵੱਖਰੀ ਖੁਸ਼ੀ ਦਾ ਪ੍ਰਗਟਾਵਾ ਕਿ ਦੁਨੀਆ ਨੂੰ ਪਤਾ ਲੱਗੇ ਇਸ ਘਰ ਵਿੱਚ ਖੁਸ਼ੀ ਦਾ ਮਾਹੌਲ ਹੈ। ਚਾਨਣ ਦਾ ਸੰਬੰਧ ਜਿਹੜਾ ਉਹ ਦੀਵੇ ਨਾਲ ਹੈ, ਤੇ ਜਿਹੜਾ ਸੋਗ ਦਾ ਸੰਬੰਧ ਉਹ ਹਨੇਰੇ ਦੇ ਨਾਲ ਹੈ। ਮਹਾਰਾਜ ਸਾਹਿਬ ਕਹਿੰਦੇ ਜੇ ਸਾਡੀ ਦੀਵਾਲੀ ਲੋਕਾਂ ਵਰਗੀ ਨਹੀਂ, ਫਿਰ ਸਾਡੇ ਦੀਵੇ ਵੀ ਲੋਕਾਂ ਵਰਗੇ ਨਹੀਂ, ਸਾਡੇ ਫਿਰ ਦੀਵੇ ਵੀ ਲੋਕਾਂ ਵਰਗੇ ਨਹੀਂ, ਸਾਡੇ ਦੀਵੇ ਵੀ ਵੱਖਰੇ ਹਨ। ਪੋਹੇ ਨਾ ਸਕੈ ਜਮਕਾਲ ਸੱਚਾ ਰਖਵਾਲਿਆ, ਗੁਰ ਸਾਖੀ ਜੋਤ ਜਗਾਏ ਦੀਵਾ ਬਾਲਿਆ। ਅਸੀਂ ਤਾਂ ਉਹ ਨਾਮ ਦੇ ਦੀਵੇ ਬਲਦੇ ਆ। ਇਹ ਦੀਵੇ ਤਾਂ ਅੱਜ ਬਾਲੇ ਕੁਝ ਘੜੀ ਪਲ ਬਾਅਦ ਬੁਝ ਜਾਣੇ ਨੇ, ਫਿਰ ਹਨੇਰਾ ਪਰਸ ਜਾਣਾ, ਫਿਰ ਹਨੇਰਾ ਵਾਪਰ ਜਾਣਾ। ਜਿਹੜੇ ਦੀਵੇ ਸਾਨੂੰ ਗੁਰੂ ਨੇ ਨਾਮ ਦੇ ਦਿੱਤੇ ਨੇ, ਬਲਿਓ ਚਿਰਾਗ ਅੰਧਿਆਰ ਮਹਿ ਸਭ ਕਲ ਉਦਰੀਕ ਨਾਮ ਧਰਮ। ਤੇ ਮਹਾਰਾਜ ਕਹਿੰਦੇ ਉਹ ਜਿਹੜਾ ਚਿਰਾਗ, ਉਹ ਦੀਵਾ ਗੁਰੂ ਨਾਨਕ ਸਾਹਿਬ ਨੇ ਬਾਲਿਆ, ਜਿਹਦਾ ਚਾਨਣ ਚਾਰੇ ਕੁੰਟਾਂ ਵਿੱਚ, 10 ਦਿਸ਼ਾਵਾਂ ਵਿੱਚ ਗਿਆ। ਜਦੋਂ ਉਹ ਨਾਮ ਦਾ ਦੀਵਾ ਤੁਹਾਡੇ ਅੰਦਰ ਬਲ ਜਾਏਗਾ, ਬਾਹਰਲੇ ਦੀਵਿਆਂ ਨੇ ਤਾਂ ਤੁਹਾਡੇ ਸਾਰੇ ਦੀਵੇ ਲਾਉਂਦੇ ਲਾਉਂਦੇ ਪਿਛਲੇ ਕਈ ਵਾਰ ਬੁੱਝ ਜਾਂਦੇ ਆ। ਇਹ ਨਾਮ ਦਾ ਦੀਵਾ ਜਿਹਦੇ ਅੰਦਰ ਜਗ ਪਏ ਭਾਈ, ਕਈ ਵਾਰ ਸਾਰੀ ਜ਼ਿੰਦਗੀ ਇਹ ਦੀਵਾ ਬੁਝਦਾ ਨਹੀਂ। ਇਹ ਦੀਵਾ ਤਾਂ ਮਰਨ ਤੋਂ ਬਾਅਦ ਵੀ ਜਗਦਾ ਰਹਿੰਦਾ ਹੈ। ਇਹ ਦੀਵਾ ਜਿਹੜਾ ਮਹਾਰਾਜ ਸਾਹਿਬ ਨੇ ਸਾਨੂੰ ਬਖਸ਼ਿਸ਼ ਕੀਤਾ ਹੈ, ਤਾਂ ਕਹਿੰਦੇ ਨੇ ਪਰ ਇਹ ਦੀਵਾ ਜਗਦਾ ਕਿਵੇਂ? ਮੱਸਿਆ ਦੀ ਰਾਤ ਹੈ। ਮੱਸਿਆ ਦੀ ਰਾਤ ਨੂੰ ਉਹ ਮੱਸਿਆ ਦੀ ਰਾਤ ਜਿਸ ਦਿਨ ਚੰਦਰਮਾ ਨਾ ਨਿਕਲੇ, ਘੁੱਪ ਹਨੇਰਾ ਹੋਵੇ, ਲੋਕ ਦੀਵੇ ਬਾਲਦੇ ਆ, ਚਾਨਣ ਹੋ ਜਾਂਦਾ। ਪਰ ਗੁਰੂ ਨਾਨਕ ਸਾਹਿਬ ਕਹਿੰਦੇ ਇਹ ਰਾਤ ਤਾਂ 1 2 4 ਜਿਹੜੇ ਦਿਨ ਉਹ ਹਨੇਰਾ ਰੱਖਦੀ ਹੈ। ਪਰ ਇਸ ਸੰਸਾਰ ਵਿੱਚ ਮੈਂ ਵੇਖਿਆ, ਕੱਲ ਕਾਤੀ ਰਾਜੇ ਕਾ ਸਾਈ ਧਰਮ ਪੰਖ ਕਰ ਉੱਡ ਰਿਹਾ, ਕੂੜ ਅਮਾਵਸ ਸੱਚ ਚੰਦਰਮਾ ਦੀਸੈ ਨਹੀਂ ਕਹਿ ਚੜਿਆ। ਸੰਸਾਰ ਵਿੱਚ ਹੀ ਮੱਸਿਆ ਦੀ ਰਾਤ ਬਣੀ ਹੋਈ ਸੀ। ਕੋਈ ਵੀ ਹੱਥ ਮਾਰਿਆ ਕਿਸੇ ਨੂੰ ਕੁਝ ਨਜ਼ਰ ਨਹੀਂ ਸੀ ਆ ਰਿਹਾ। ਲੋਕ ਸਮਾਜਿਕ ਔਰ ਧਾਰਮਿਕ ਰਾਜਨੀਤਿਕ ਤੌਰ ਤੇ ਇੰਨੀਆਂ ਠੋਕਰਾਂ ਖਾ ਰਿਹਾ। ਠੋਕਰਾਂ ਹਮੇਸ਼ਾ ਹਨੇਰੇ 'ਚ ਵੱਜਦੀਆਂ ਨੇ। ਇੰਨੇ ਹਨੇਰੇ ਦੇ ਵਿੱਚ ਮਹਾਰਾਜ ਕਹਿੰਦੇ ਆ ਫਿਰ ਬਲਿਓ ਚਿਰਾਗ ਅੰਧਿਆਰ ਮੈਂ। ਇੰਨੇ ਹਨੇਰੇ ਵਿੱਚ ਚਿਰਾਗ ਅੰਧਿਆਰ ਮੈਂ। ਇੱਕ ਚਿਰਾਗ ਦਾ ਅਰਥ ਕਿ ਜਿਹੜਾ 4 ਮੁਖੀ ਚੌਮੁਖੀ ਦੀਵਾ ਹੋਵੇ ਤਾਂ 4 ਸਵੇਰੇ ਚਾਨਣ ਜਾਂਦਾ ਹੈ। ਤੇ ਮਹਾਰਾਜ ਨੇ ਫਿਰ ਉਹ ਚੌਮੁਖੀ ਦੀਵਾ ਨਾਮ ਦਾ ਬਾਲਿਆ, ਜਿਹਦਾ 4 ਕੁੰਟਾਂ ਵਿੱਚ ਚਾਨਣ ਗਿਆ। ਪ੍ਰਗਟ ਸਗਲ ਹਰ ਭਵਨ ਮੈਂ ਜਨ ਨਾਨਕ ਗੁਰ ਪਾਰ ਬ੍ਰਹਮ। ਉਹ ਸਾਰੇ ਭਵਨਾਂ ਵਿੱਚ ਉਹਦਾ ਚਾਨਣ ਗਿਆ। ਤੇ ਮਹਾਰਾਜ ਕਹਿੰਦੇ ਭਾਈ ਇਹ ਦੀਵਾ ਜਿਵੇਂ ਸੰਸਾਰ ਦੇ ਦੀਵੇ ਤੇਲ ਪਾਇਆ ਜਲਦੇ ਆ ਨਾ, ਇਹ ਤੇਲ ਪਾਇਆ ਨਹੀਂ ਜਲਦਾ। ਬਿਨ ਤੇਲ ਦੀਵਾ ਕਿਉਂ ਜਲੇ? ਦੀਵਾ ਵੀ ਜਗਦਾ ਪਰ ਤੇਲ ਨਹੀਂ ਪਾਉਣਾ ਪੈਂਦਾ। ਇਹਦੇ ਵਿੱਚ ਕਾਹਦਾ ਤੇਲ? ਮਹਾਰਾਜ ਕਹਿੰਦੇ ਪੋਥੀ ਪ੍ਰਾਣ ਕਮਾਈਐ, ਚੰਗੀਆਂ ਉਸਾਰੂ ਸੋਚ ਸਿੱਖਿਆਵਾਂ ਦੇਣ ਵਾਲੀਆਂ ਪੋਥੀਆਂ ਪੜ੍ਹ। ਪੋਥੀ ਪ੍ਰਾਣ ਕਮਾਈਐ ਭਉ ਵੱਟੀ ਇਤਨ ਪਾਈਐ, ਸੱਚ ਬੂਝਣ ਆਣ ਜਲਾਈਐ। ਇਹ ਤੇਲ ਦੀਵਾ ਇਉਂ ਜਲੈ ਕਰ ਚਾਨਣ ਸਾਹਿਬ ਤੋਂ ਮਿਲੈ। ਗੁਰੂ ਦੀ ਸਿੱਖਿਆ ਨੂੰ ਅੰਦਰ ਵਸਾ, ਗੁਰੂ ਦੇ ਨਾਮ ਨੂੰ ਅੰਦਰ ਵਸਾ, ਗੁਰੂ ਦੇ ਸ਼ਬਦ ਨੂੰ ਅੰਦਰ ਵਸਾ। ਇਹ ਅੰਦਰ ਅੰਤਰ ਆਤਮੇ ਪਿਆ ਹੋਇਆ ਦੀਵਾ ਨਾਮ ਦੀ ਚੰਗਿਆਰੀ ਲਾ ਕੇ ਫਿਰ ਜਗਦਾ ਹੈ। ਜਦੋਂ ਇਹ ਦੀਵਾ ਜਗ ਪਏ, ਅੰਦਰ ਵੀ ਚਾਨਣ ਤੇ ਬਾਹਰ ਵੀ ਚਾਨਣ ਕਰਦਾ। ਜਦੋਂ ਅੰਦਰ ਚਾਨਣ ਹੋਏਗਾ ਤਾਂ ਹੀ ਬਾਹਰ ਚਾਨਣ ਕਰੇਗਾ ਨਾ। ਤਾਂ ਮਹਾਰਾਜ ਕਹਿੰਦੇ ਨੇ ਭਾਈ ਤੇਰੇ ਦੁਨੀਆ ਵਰਗੇ ਦੀਵੇ ਨਹੀਂ, ਤੇਰੇ ਦੀਵੇ ਤਾਂ ਉਹ ਨੇ ਜਿਹੜੇ ਜਮਾਂ ਦਾ ਡਰ ਵੀ, ਜਮਾਂ ਦਾ ਮੇਲ ਵੀ ਮੁਕਾ। ਦੀਵਾ ਤੇਰਾ ਏਕ ਨਾਮ ਦੁੱਖ ਵਿੱਚ ਪਾਇਆ ਤੇਲ, ਉਨ ਚਾਨਣ ਉਹ ਸੁਖਿਆ ਚੂਕਾ ਜਮ ਸਿਓ ਮੇਲ। ਇਸ ਦੀਵੇ ਨੇ ਚਾਨਣ ਦਾ ਕਰਨੀਆਂ, ਜਮਾਂ ਦਾ ਮੇਲ ਵੀ ਮੁਕਾ ਦਿੱਤਾ। ਨਾਮ ਦਾ ਦੀਵਾ ਬਾਲਣਾ ਹੈ। ਨਾਮ ਦਾ ਦੀਵਾ ਜਿਹਦੇ ਅੰਦਰ ਬਲ ਜਾਏ ਭਾਈ, ਉਹਦੇ ਅੰਦਰ ਕਦੇ ਹਨੇਰਾ, ਅਗਿਆਨ ਦਾ ਹਨੇਰਾ ਨਹੀਂ ਆਉਂਦਾ। ਜਿੰਨੀ ਦੇਰ ਤੱਕ ਹਨੇਰਾ ਹੋਏਗਾ ਠੋਕਰਾਂ ਨੇ, ਉਹ ਭਾਵੇਂ ਬਾਹਰ ਦਾ ਹਨੇਰਾ ਹੋਵੇ ਤੇ ਭਾਵੇਂ ਅੰਦਰ ਦਾ ਹੋਵੇ। ਅੱਜ ਗੁਰੂ ਪਾਤਸ਼ਾਹ ਕਹਿੰਦੇ ਤੂੰ ਨਾਮ ਦਾ ਦੀਵਾ ਬਾਲ ਕੇ ਜਾਈ, ਤਾਂ ਕਿ ਤੇਰੇ ਅੰਦਰ ਜਨਮਾਂ ਜਨਮਾਂ ਦੀ ਕਾਲਖ ਹੈ, ਜਨਮਾਂ ਜਨਮਾਂ ਦੀ ਮੈਲ ਹੈ, ਜਨਮਾਂ ਜਨਮਾਂ ਦਾ ਪਿਆ ਹੋਇਆ ਹਨੇਰਾ ਅੱਜ ਉਹ ਖਤਮ ਹੋ ਜਾਏ। ਅੱਜ ਨਾਮ ਦਾ ਦੀਵਾ ਬਾਲ ਕੇ ਜਾਈ। ਕਦੇ ਸਮਾਂ ਆਇਆ, ਧੰਨ ਗੁਰੂ ਹਰਗੋਬਿੰਦ ਸਾਹਿਬ ਤਖਤ ਤੇ ਅਸੀਨ ਹੋਏ ਤੇ ਮੀਰੀ ਤੇ ਪੀਰੀ ਦੀਆਂ 2 ਤਲਵਾਰਾਂ ਬਾਬਾ ਬੁੱਢਾ ਸਾਹਿਬ ਨੇ ਪਹਿਨਾਈਆਂ। ਆਪ ਜੀ ਨੂੰ ਪਤਾ ਮਾਰੇ ਗਵਾਲੀਅਰ ਦੇ ਕਿਲੇ ਵਿੱਚ ਕੈਦ ਕੀਤਾ ਗਿਆ। ਕੈਦ ਕਰਨ ਦਾ ਕਾਰਨ ਕੀ ਹੈ? ਕੈਦ ਕਰਨ ਦਾ ਕਾਰਨ 2 ਤਲਵਾਰਾਂ ਪਹਿਨਣੀਆਂ ਨੇ, ਇੱਕ ਮੀਰੀ ਦੀ ਇੱਕ ਪੀਰ ਦੀ। ਕੈਦ ਕਰਨ ਦਾ ਕਾਰਨ ਜਿਹੜਾ 1609 ਵਿੱਚ ਮਹਾਰਾਜ ਨੇ ਅਕਾਲ ਬੁੰਗਾ ਸ਼੍ਰੀ ਅਕਾਲ ਤਖਤ ਸਾਹਿਬ ਦੀ ਸਥਾਪਨਾ ਕੀਤੀ, ਤਖਤ ਸਥਾਪਿਤ ਕੀਤਾ। ਸੰਗਤਾਂ ਇਕੱਠੀਆਂ ਹੋਈਆਂ, ਤਖਤ ਲਈ ਫੌਜਾਂ ਵੀ ਚਾਹੀਦੀਆਂ ਨੇ। ਮਹਾਰਾਜ ਨੇ ਇੱਕੋ ਹੀ ਉੱਥੋਂ ਬੜੀ ਜੋਸ਼ੀਲੀ ਤਕਰੀਰ ਦਿੱਤੀ ਸੀ ਜਦੋਂ ਗੁਰੂ ਅਰਜਨ ਸਾਹਿਬ ਮਹਾਰਾਜ ਨੂੰ ਤਵੀਆਂ ਤੇ ਬਿਠਾ ਕੇ ਸ਼ਹੀਦ ਕੀਤਾ ਗਿਆ। ਮਹਾਰਾਜ ਕਹਿੰਦੇ ਸਿੱਖੋ, ਥੋੜੇ ਦਿਨ ਪਹਿਲਾਂ ਤੁਹਾਡਾ ਕਾਲਜਾ ਤਵੀਆਂ ਤੇ ਰੱਖ ਕੇ ਭੁੰਨਿਆ ਗਿਆ। ਤੁਸੀਂ ਉਸ ਗੁਰੂ ਦੇ ਪੁੱਤ ਹੋ
ਜਿਨ੍ਹਾਂ ਨੂੰ ਇੰਨੇ ਤਸੀਹੇ ਦੇ ਕੇ ਸ਼ਹੀਦ ਕੀਤਾ ਗਿਆ। ਹੁਣ ਸਾਨੂੰ ਇਹ ਸੰਸਾਰ ਦੇ ਜਿਹੜੇ ਇਹ ਤਖਤ ਨੇ ਇਹਨਾਂ ਤੇ ਭਰੋਸਾ ਨਹੀਂ। ਹੁਣ ਤਖਤ ਵੀ ਤੁਹਾਡਾ ਆਪਣਾ ਹੋਏਗਾ, ਫੌਜ ਵੀ ਆਪਣੀ ਹੋਏਗੀ। ਨੌਜਵਾਨ ਜਵਾਨੀਆਂ ਭੇਟ ਕਰਨ, ਜਿਨ੍ਹਾਂ ਮਾਵਾਂ ਦੇ 4 ਪੁੱਤ ਨੇ, 2 ਪੁੱਤ ਗੁਰੂ ਕੀ ਫੌਜ ਵਿੱਚ ਪਏ। ਉਸ ਵੇਲੇ 5000 ਦੇ ਕਰੀਬ ਸਿੱਖਾਂ ਨੇ ਆਪਣਾ ਆਪ ਗੁਰੂ ਹਰਗੋਬਿੰਦ ਸਾਹਿਬ ਦੇ ਚਰਨਾਂ ਵਿੱਚ ਸਮਰਪਣ ਕਰ ਦਿੱਤਾ ਤੇ ਨਾਲ ਹੀ ਕਿਹਾ ਸੀ, ਮਹਾਰਾਜ 2 ਵਕਤ ਦਾ ਪ੍ਰਸ਼ਾਦਾ, ਛਮਾਹੀ ਸਾਨੂੰ ਚੋਲਾ ਤੇ ਕਸ਼ਹਿਰਾ ਦੇ ਦਿਆ ਕਰੋ। ਸਿਰਫ ਇੰਨੀ ਕੁ ਉਹਨਾਂ ਨੇ ਡਿਮਾਂਡ ਕੀਤੀ ਤੇ ਮਹਾਰਾਜ ਦੀ ਫੌਜ 'ਚ ਭਰਤੀ। ਇਹ ਸਾਰੀਆਂ ਖਬਰਾਂ ਜਹਾਂਗੀਰ ਨੂੰ ਪਹੁੰਚੀਆਂ ਵੀ ਮੇਰੇ ਬਰਾਬਰ ਦਾ ਤਖਤ, ਮੇਰੇ ਤੋਂ ਵੱਡਾ ਤਖਤ ਹਰਗੋਬਿੰਦ ਨੇ ਸਾਜ ਦਿੱਤਾ, ਜਿੱਥੇ ਲੋਕਾਂ ਦੇ ਫੈਸਲੇ ਹੋ ਰਿਹਾ, ਸੁਤੰਤਰ ਗੱਲ ਹੋ ਰਹੀ ਹੈ, ਲੋਕਾਂ ਨੂੰ ਆਜ਼ਾਦ ਹਸਤੀ ਦੇ ਜਿਹੜੇ ਉਹ ਪ੍ਰਤੀਕ ਬਣਾ ਕੇ ਉਹਨਾਂ ਨੂੰ ਦੱਸਿਆ ਜਾਂਦਾ ਤੁਸੀਂ ਆਜ਼ਾਦ ਹਸਤੀ ਦੇ ਮਾਲਕ ਹੋ। ਇਹ ਸਾਰੀਆਂ ਗੱਲਾਂ ਨੂੰ ਮੱਦੇ ਨਜ਼ਰ ਰੱਖਦੇ ਹੋਏ ਬਹਾਨਾ ਤਾਂ ਇਹੀ ਬਣਾਇਆ ਗਿਆ ਸੀ ਕਿ ਹਰਗੋਬਿੰਦ ਸਾਹਿਬ ਤੁਸੀਂ ਦਿੱਲੀ ਚੱਲੋ, ਜਹਾਂਗੀਰ ਨੇ ਤੁਹਾਡੇ ਨਾਲ ਕੋਈ ਰਾਏ ਮਸ਼ਵਰਾ ਕਰਨਾ ਹੈ। ਕਿਸੇ ਨੇ ਕਿਹਾ ਜੀ, ਉਹਨੂੰ ਨਜੂਮੀਏ ਨੇ ਦੱਸਿਆ ਤੇਰੇ ਤੇ 60 ਸਤੀ ਚੱਲਦੀ ਹੈ, ਕੋਈ ਮਹਾਂਪੁਰਸ਼ ਤੇਰੇ ਲਈ ਭਜਨ ਬੰਦਗੀ ਕਰੇ, 60 ਸਤੀ ਟਲ ਸਕਦੀ ਹੈ। ਇਹ ਬੜੀਆਂ ਗੱਲਾਂ ਇਦਾਂ ਜੋੜੀਆਂ ਗਈਆਂ, ਪਰ ਅੰਦਰਲੀ ਗੱਲ ਇਹੀ ਸੀ ਕਿ ਉਹਨੂੰ ਇਹ ਤਖਤ ਚੁੱਭ ਰਿਹਾ ਹੈ, ਉਹਨੂੰ ਮੀਰੀ ਪੀਰੀ ਚੁੱਭ ਰਹੀ ਹੈ, ਉਹਨੂੰ ਗੁਰੂ ਘਰ ਦੀ ਚੜ੍ਹਦੀ ਕਲਾ ਚੁੱਭ ਰਹੀ ਹੈ, ਇੱਥੇ ਬਾਦਸ਼ਾਹ ਦੇ ਜਿਹੜੇ ਚਿੰਨ ਆ ਰਹੇ ਨੇ ਉਹ ਚੁੱਭ ਰਹੇ ਨੇ, ਇੱਥੇ ਸਿੱਖ ਆਜ਼ਾਦ ਹਸਤੀ ਦੀ ਗੱਲ ਕਰ ਰਿਹਾ ਉਹ ਚੁੱਭ ਰਿਹਾ ਹੈ। ਇਹ ਸਾਰੀਆਂ ਗੱਲਾਂ ਨੂੰ ਧਿਆਨ 'ਚ ਰੱਖ ਕੇ ਉਹਨੇ ਗਵਾਲੀਅਰ ਦੇ ਕਿਲੇ ਵਿੱਚ ਕੈਦ ਕਰ ਦਿੱਤਾ। ਮੈਂ ਵੀ ਬੇਨਤੀ ਕਰਾਂ, ਗੁਰੂ ਨੂੰ ਕੋਈ ਕੈਦ ਨਹੀਂ ਕਰ ਸਕਦਾ। ਗੁਰੂ ਕੈਦ, ਸ਼ਬਦ ਨੂੰ ਕੌਣ ਕੈਦ ਕਰੂਗਾ ਜੀ? ਸ਼ਬਦ ਕੈਦ ਹੋ ਹੀ ਨਹੀਂ ਸਕਦਾ। ਪਰ ਗੁਰੂ ਸਾਹਿਬ ਦੇ ਜਾਣ ਦਾ ਇੱਕ ਕਾਰਨ, ਜਿਵੇਂ ਗੁਰੂ ਨਾਨਕ ਸਾਹਿਬ ਬਾਬਰ ਦੀ ਜੇਲ੍ਹ 'ਚ ਗਏ, ਉਹਨੇ ਕੈਦ ਥੋੜਾ ਕੀਤਾ ਸੀ। ਮਹਾਰਾਜ ਸਾਹਿਬ ਤਾਂ ਗਏ ਸ਼ਬਦ ਨਾਲ ਜੋੜ ਕੇ ਕੈਦੀਆਂ ਨੂੰ ਰਿਹਾ ਕਰਾਉਣ ਵਾਸਤੇ ਗਿਆ, ਉਹਨਾਂ ਨੂੰ ਉਸ ਬੰਧਨ ਤੋਂ ਮੁਕਤ ਕਰਾਉਣ ਵਾਸਤੇ ਗਿਆ। ਤੇ ਅੱਜ ਗੁਰੂ ਹਰਗੋਬਿੰਦ ਸਾਹਿਬ ਗਏ, ਅਚਾਨਕ ਜਹਾਂਗੀਰ ਕਹਿੰਦੇ ਆ ਵੀ ਬਿਮਾਰ ਹੋਇਆ। ਇਹਨੇ ਸਾਈਂ ਮੀਆਂ ਮੀਰ ਨੂੰ, ਇੱਕ ਵਜ਼ੀਰ ਖਾਨ ਜਿਹਦਾ ਜਲੋਧਰ ਦਾ ਰੋਗ ਠੀਕ ਹੋਇਆ, ਉਹਨੇ ਅੰਤਲੇ ਸਾਹਾਂ ਤੱਕ ਹਰ ਰੋਜ਼, ਮੁਸਲਮਾਨ ਹੈ ਵਜ਼ੀਰ ਖਾਨ, ਪਰ ਆਪਣਾ ਦਿਨ ਸੁਖਮਨੀ ਸਾਹਿਬ ਦਾ ਪਾਠ ਕਰਕੇ ਸ਼ੁਰੂ ਕਰਦਾ ਹੈ। ਸੁਖਮਨੀ ਸਾਹਿਬ ਨਹੀਂ ਛੱਡਿਆ ਉਹਨੇ। ਇਹ ਵੀ ਪਹੁੰਚਿਆ ਹੈ, ਜਹਾਂਗੀਰ ਬਿਮਾਰ, ਸਖਤ ਬਿਮਾਰ ਹੋਇਆ, ਸੁਪਨੇ ਭਿਆਨਕ ਆ ਰਹੇ ਆ, ਉਹਨੂੰ ਸ਼ੇਰ ਦਿਖ ਰਹੇ ਆ, ਬੜਾ ਕੁਛ ਉਹਦੇ ਨਾਲ ਹੋ ਰਿਹਾ। ਤਾਂ ਕਹਿੰਦੇ ਨੇ ਉਸ ਵੇਲੇ ਫਿਰ ਉਹਨੇ ਸਾਈਂ ਮੀਆਂ ਮੀਰ ਨੂੰ ਪੁੱਛਿਆ ਕਿ ਭਾਈ ਮੈਨੂੰ ਇੰਨਾ ਦੁੱਖ ਕਿਉਂ ਹੋ ਰਿਹਾ, ਮੈਂ ਮਾੜਾ ਨਹੀਂ ਕਰਦਾ। ਤੇ ਸਾਈਂ ਮੀਆਂ ਮੀਰ ਨੇ ਕਿਹਾ ਸੀ, ਖੁਦਾ ਦੇ ਨੂਰ ਨੂੰ ਕੈਦਾਂ ਵਿੱਚ ਰੱਖੇਗਾ, ਦੁੱਖ ਤਾਂ ਪਾਉਣੇ ਹੀ ਪੈਣਗੇ। ਉਹਨੇ ਕਿਹਾ ਕਿਹੜਾ ਖੁਦਾ ਦਾ ਨੂਰ? ਸਾਈਂ ਮੀਆਂ ਮੀਰ ਨੇ ਕਿਹਾ ਗੁਰੂ ਹਰਗੋਬਿੰਦ ਸਾਹਿਬ। ਅੱਛਾ, ਇਹ ਭੁੱਲ ਹੋ ਗਈ। ਤੇ ਉਹਨਾਂ ਸਮਿਆਂ ਦੇ ਵਿੱਚ ਧੰਨ ਧੰਨ ਬਾਬਾ ਬੁੱਢਾ ਸਾਹਿਬ ਨੇ ਸਿੱਖ ਸੰਗਤਾਂ ਨੂੰ ਨਾਲ ਲੈ ਕੇ, ਜਿਹੜੇ ਅਰਦਾਸ ਵਿੱਚ ਸ਼ਬਦ ਚੱਲਿਆ ਨਾ, ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ, ਇਹ ਚੌਂਕੀਆਂ ਦੀ ਪ੍ਰਥਾ ਜਿਹੜੀ ਉਦੋਂ ਸ਼ੁਰੂ, 2 ਵਾਰ ਸਾਡੀਆਂ 3 ਚੌਂਕੀਆਂ, ਇੱਕ ਨਿਤਨੇਮ ਦੀ, ਇੱਕ ਯਾਤਰੂ ਚੌਂਕੀ, ਇੱਕ ਇਤਿਹਾਸਕ ਚੌਂਕੀਆਂ ਨੇ। ਇਤਿਹਾਸਕ ਚੌਂਕੀਆਂ 2 ਨੇ, ਦੋਨੇ ਹੀ ਬਾਬਾ ਬੁੱਢਾ ਸਾਹਿਬ ਨਾਲ ਸਮਰਪਿਤ ਨੇ। ਇਸ ਚੌਂਕੀ ਤੋਂ ਪਹਿਲਾਂ ਭਾਈ ਕੀ ਡਰੋਲੀ ਵੀ ਚੌਂਕੀ ਕੱਢ ਕੇ ਗਏ ਬਾਬਾ ਬੁੱਢਾ ਸਾਹਿਬ, ਜਦੋਂ ਗੁਰੂ ਹਰਗੋਬਿੰਦ ਸਾਹਿਬ ਉੱਥੇ ਨੇ, ਆਪਣੇ ਸਾਂਢੂ ਦੇ ਘਰ ਨੇ। ਤੇ ਆ ਦੂਸਰੀ ਚੌਂਕੀ ਬਾਬਾ ਬੁੱਢਾ ਸਾਹਿਬ ਨੇ, ਕਿਉਂਕਿ ਦਿਨ ਦੇ ਹਾਲਾਤ ਜਿਹੜੇ ਨੇ ਉਹ ਬੜੇ ਸਿੱਖੀ ਦੇ ਖਿਲਾਫ ਨੇ, ਰਾਤ ਨੂੰ ਪਿੰਡਾਂ ਵਿੱਚ ਮਸ਼ਾਲਾਂ ਜਗਾ ਕੇ ਜਾਣਾ, ਬੂਹੇ ਖੜਕਾਉਣੇ, ਭਾਈ ਆਓ ਧੰਨ ਗੁਰੂ ਹਰਗੋਬਿੰਦ ਸਾਹਿਬ ਦੇ ਜਿਨ੍ਹਾਂ ਦਰਸ਼ਨ ਕਰਨ ਜਾਣਾ, ਇੱਕ ਵੱਡਾ ਜਥਾ ਬਣ ਜਾਣਾ। ਬਾਬਾ ਬੁੱਢਾ ਸਾਹਿਬ ਨੇ ਹੱਥ ਵਿੱਚ ਮਸ਼ਾਲ ਫੜਨੀ। ਤੇ ਉਸ ਵੇਲੇ ਭਾਈ ਗੁਰਦਾਸ ਸਾਹਿਬ ਦੀ ਉਮਰ 17 ਸਾਲਾਂ ਤੋਂ ਵੱਧ ਹੈ, ਉਹਨਾਂ ਨੇ ਹੱਥ ਵਿੱਚ ਨਿਸ਼ਾਨ ਸਾਹਿਬ ਫੜਨਾ। ਬਾਬੇ ਬੁੱਢੇ ਦੀ ਉਮਰ 105 ਸਾਲਾਂ ਦੇ ਕਰੀਬ ਹੋ ਚੁੱਕੀ ਆ। ਗੁਰੂ ਗੁਰੂ ਜਪਦੇ ਪਿੰਡਾਂ ਮੁਹੱਲਿਆਂ ਵਿੱਚ ਦੀ ਉਹਨਾਂ ਗਵਾਲੀਅਰ ਦੇ ਕਿਲੇ ਨੂੰ ਪਹੁੰਚਣਾ, ਆ ਦਿੱਲੀ ਹੁੰਦੇ ਹੋਏ ਗਵਾਲੀਅਰ ਪਹੁੰਚਣਾ, ਉਹਨਾਂ ਕੰਧਾਂ ਨੂੰ ਨਮਸਕਾਰ, ਉਹਨਾਂ ਰਾਹਾਂ ਨੂੰ ਨਮਸਕਾਰ, ਕਿਲੇ ਨੂੰ ਨਮਸਕਾਰ ਕਰਨੀ। ਪੁੱਛਣ ਵਾਲਿਆਂ ਪੁੱਛਣਾ ਇੱਥੇ ਕੀ ਕਿਉਂ ਨਮਸਕਾਰਾਂ? ਉਹਨਾਂ ਕਹਿਣਾ ਇੱਥੇ ਜਗਤ ਗੁਰ ਸੁਆਮੀ ਧੰਨ ਗੁਰੂ ਹਰਗੋਬਿੰਦ ਸਾਹਿਬ ਬਿਰਾਜਮਾਨ ਨੇ। ਜਿੱਥੇ ਜਾਏ ਬਹਿ ਮੇਰਾ ਸਤਿਗੁਰੂ, ਸੋ ਥਾਨ ਸੁਹਾਵਾ ਰਾਮ ਰਾਜੇ। ਮੇਰਾ ਇੱਥੇ ਗੁਰੂ ਬਿਰਾਜਮਾਨ, ਤਾਂ ਗੁਰੂ ਨੂੰ ਨਮਸਕਾਰਾਂ। ਜਿੱਥੇ ਗੁਰੂ ਬੈਠ ਜਾਏ, ਜਿੱਥੇ ਬਾਬਾ ਪੈਰ ਧਰੇ, ਪੂਜਾ ਆਸਣ ਥਾਪਣ ਸੋਆ, ਉਹ ਪੂਜਾ ਤੇ ਆਸਣ ਥਾਪਣ ਜੋਗਣ ਹੋ ਜਾਂਦੇ ਆ। ਤਾਂ ਕਰਕੇ ਅਸੀਂ ਨਮਸਕਾਰਾਂ ਕਰਦੇ ਹਾਂ। ਫਿਰ ਇਹ ਚੌਂਕੀਆਂ ਦੀ ਪ੍ਰਥਾ ਉੱਥੋਂ ਚੱਲੀ। ਸਿੱਖਾਂ ਵਿੱਚ ਰੋਸ ਵੱਧਦਾ ਗਿਆ, ਜੋਸ਼ ਵੱਧਦਾ ਗਿਆ। ਬਾਬਾ ਬੁੱਢਾ ਸਾਹਿਬ ਨੇ ਫਿਰ ਉਹ ਭਾਵਨਾ ਨਾਲ ਸ਼ਬਦ ਪੜ੍ਹਦੇ ਜਾਣਾ, ਸੰਗਤਾਂ ਨੇ ਨਾਲ ਜਾਣਾ। ਤੇ ਇੱਕ ਦਿਨ ਫਿਰ ਸਮਾਂ ਆਇਆ ਜਦੋਂ ਗਵਾਲੀਅਰ ਦੇ ਕਿਲੇ ਜਹਾਂਗੀਰ ਦੀ ਹਾਲਤ ਵਿਗੜਦੀ ਗਈ। ਸਾਈਂ ਮੀਆਂ ਮੀਰ ਦੇ ਕਹਿਣ ਤੇ, ਨੂਰ ਜਹਾਂ ਦੇ ਕਹਿਣ ਤੇ ਉਹਨੇ ਰਿਹਾਈ ਦੇ ਆਰਡਰ ਦੇ ਦਿੱਤੇ। ਚੰਦੂ ਤਾਂ ਇੱਥੋਂ ਤੱਕ ਕਿ ਮਹਾਰਾਜ ਲਈ ਜ਼ਹਿਰ ਦਾ ਚੋਲਾ ਵੀ ਉਹਨੇ ਭੇਜਿਆ। ਜ਼ਹਿਰ ਲਾ ਕੇ ਚੋਲੇ ਨੂੰ, ਕੋਈ ਪਸੀਨਾ ਆਏਗਾ
ਉਹ ਜ਼ਹਿਰ ਸਰੀਰ 'ਚ ਪ੍ਰਵੇਸ਼ ਕਰੇਗੀ ਤੇ ਗੁਰੂ ਮਰ ਜਾਏਗਾ, ਗੁਰੂ ਦੀ ਮੌਤ ਹੋ ਜਾਏਗੀ। गुरु शब्द है, शब्द ने की मरना है। हरिदास दरोगा गुरु का सिख है, सेवक है, भगत है। सतगुरां ने पहला काम जाके किया भी मैं जेल की रोटी नहीं खानी, क्योंकि तो स्लो पॉइजन दिता जाता है, मिठी जहर दी जाती है। ये ग्वालियर की कैद कोई आम कैद नहीं, इस कैद विच सिर्फ बगावत करने वाले राजियां नूं डकिया होया। आम कैदी नहीं इत्थे, इत्थे कैदी वो ने जिहड़े वख-वख रियासतां स्टेटां सूबियां दे राजे उन्हां नूं डकिया। अज सतगुरु उन्हां दी बंद खलासी लई गए, महाराज दे रिहाई दे ऑर्डर आए। जदों पता लग्या भी चले, सारे राजियां ने पैर फड़ के कहा पातशाह तुहाडे दर्शन रोज़ करदे सां, कीर्तन रोज़ सुणदे सां, जां तां सानूं भी नाल लैके चलो, नहीं तुसीं भी इत्थे रहो। महाराज ने कहा दरोगे नूं कि असीं नहीं आउणा। जहांगीर ने कारण पुछया, पातशाह कहंदे आ राजियां नूं भी छड्ड फिर आवांगे। उन्हें फिर कुटल नीति नाल कहा जी तुहाडा जिन्ने क पल्ला फड़ के लंघ जाण मैं लंघा दियांगा। इवें नहीं तो महाराज ने फिर 52 कलियां वाला चोला जिहड़ा अज कुढ़ाणी कलां राड़ा साहब दे कोल पावन स्थान उत्थे पिया दर्शन करदी है संगत, 52 कलियां वाला चोला मंगाया। वैसे कई कहंदे 103 राजियां नूं रिहा कराया। 100 ਜਿਹੜੇ 51 ਛੋਟੇ ਛੋਟੀਆਂ ਰਿਆਸਤਾਂ ਦੇ ਸਨ ਉਹਨਾਂ ਨੂੰ ਕਹਿਣ ਤੇ ਛੱਡਿਆ ਗਿਆ। 52 ਜਿਹੜੇ ਵੱਡੀਆਂ ਰਿਆਸਤਾਂ ਦੇ ਰਾਜੇ ਉਹ ਚੋਲੇ ਦਾ ਪੱਲਾ ਮਹਾਰਾਜ ਸਾਹਿਬ ਦੀਆਂ ਉਹ ਕਲੀਆਂ ਉਹ ਲੜ ਫੜ ਕੇ ਬਾਹਰ ਆਏ। ਸਭ ਤੋਂ ਪਹਿਲਾਂ ਹਰੀਦਾਸ ਦਰੋਗੇ ਦੇ ਘਰ ਗਏ ਆ, ਕਈ ਦਿਨ ਰੁਕੇ, ਉਹਨੇ ਘਰ 'ਚ ਦੀਪਮਾਲਾ ਕੀਤੀ, ਬੜਾ ਚਾਅ ਮਨਾਇਆ। ਗੁਰੂ ਸਾਹਿਬ ਆਏ, ਫਿਰ ਭਾਈ ਕੀ ਡਰੋਲੀ ਜਾਂਦੇ ਆ, ਉੱਥੇ ਦੀਪਮਾਲਾ ਹੁੰਦੀ ਆ, ਗੁਰੂ ਕੇ ਆਉਣ ਦਾ ਚਾਅ ਮਨਾਇਆ ਜਾਂਦਾ। ਫਿਰ ਸਤਿਗੁਰੂ ਕੁਝ ਸਮੇਂ ਬਾਅਦ ਅੰਮ੍ਰਿਤਸਰ ਸਾਹਿਬ ਜਾਂਦੇ ਆ, ਇੱਥੇ ਫਿਰ ਬਾਬਾ ਬੁੱਢਾ ਸਾਹਿਬ ਆਉਣ ਦੀ ਖੁਸ਼ੀ ਵਿੱਚ ਦੀਪਮਾਲਾ ਵੀ ਕਰਦੇ ਆ ਤੇ ਇੱਕ ਫਿਰ ਸ਼ਬਦ ਚੌਂਕੀ ਦੇ ਰੂਪ ਵਿੱਚ ਮਹਾਰਾਜ ਨੂੰ ਜੀ ਆਇਆਂ ਕਹਿੰਦੇ ਆ। ਉਸ ਫਿਰ ਸ਼ਬਦ ਚੌਂਕੀ ਜਦੋਂ ਕੱਢੀ ਨਾ ਬਾਬਾ ਬੁੱਢਾ ਸਾਹਿਬ ਨੇ, ਗੁਰੂ ਹਰਗੋਬਿੰਦ ਸਾਹਿਬ ਨੇ ਕਿਹਾ ਸੀ ਬਾਬਾ ਜੀ ਤੁਹਾਡੀ ਚੌਂਕੀ ਜੁਗੋ ਜੁਗ ਅਟਲ ਰਹੇਗੀ, ਇਹ ਤੁਹਾਡੀ ਚੌਂਕੀ ਜੁਗੋ ਜੁਗ ਅਟਲ ਹੋਈ। याद रखियो जेड़ा इस चौंकी विच हाजरी भरेगा उन्होंने गुरु दे दीदार होणगे, क्योंकि इस चौंकी विच मैं भी हाजिर होया करांगा। अज याद रखियो उत्थे चौंकी कल्याण दी चौंकी, सोदर दी चौंकी, कई चौंकियां ने, उहदे विच इक शाम नूं बाबा बुढ़ा साहब दी चौंकी पहलां उस अकाल तख्त साहब तो चलदी है जी। सियाणे साडे बजुर्ग ने ते ओहदी जिहड़ी तर्ज है ना वो रागी सिंह नहीं गाउंदे, वो तर्ज किते भी तुहानूं नहीं मिलेगी। कदे उस चौंकी विच प्रवेश शामिल होकर देखियो, वो तर्ज किते नहीं मिलेगी। मैं कहना समा किहो जिहा होएगा जदों उस तर्ज ते बाबा बुढ़ा साहब आप शब्द पढ़दे होणगे, वो बड़ा आनंद वरतदा है। पहलां पूरे सरोवर तो परिक्रमा हुंदी है, फिर दर्शनी ड्यूटी तो हरमंदर साहब वाल प्रवेश करदे आ, फिर हरमंदर साहब दी छोटी परिक्रमा हुंदी है। जदों बाबे बुढ़े दी चौंकी हरमंदर साहब दे मेन दरवाजे ते आउंदी है ते याद रखियो किन्ना सत्कार है इस सिख दा, किन्ना सत्कार है बाबे बुढ़े दा। जदों बाबे बुढ़े दी चौंकी दरबार साहब दे गेट ते दरवाजे ते आउंदी, अंदर कीर्तन बंद हो जाता। उस वेले कीर्तन बंद हो जाता है, उस शब्द चौंकी दा कीर्तन फिर अरदास करदे आ, समाप्ति करदे आ, वो चौंकी जुगो जुग अटल हो गई, जेड़ियां चौंकियां दे रूप च किसे वेले बाबा बुढ़ा साहब ग्वालियर महाराज दे दर्शन करने वास्ते जांदे सन। सो इसलिए अज वो दिन ते हौली हौली महाराज पंथ ने ਜਿਹੜਾ निर्णय किया कि ये दिवाली के दिन ते असीं बंदी छोड़ दिवस मनावांगे। महंतां वेले फिर ये जिहड़ी दीपमाला नूं ज़्यादा उभारिया गया, सरबत खालसे बंद कर, दिवाली वेले सरबत खालसा करके ना कौम विचारां करदी सी, महंतां ने सरबत खालसे बंद करके कल्ली दीपमाला ते जोर दे दिता भी सिख कोई उसारू फैसला ना लै सकण, कोई गुरमता ना कर सकण, सिर्फ पटाके वजा के दीपमाला करके तुर जाण तां कि कोई इत्थों रब्बी गुण ना लेके जा सकण। ये उन्हां दे समयां विच ये साडे नाल होया ते महाराज साहब कहंदे इस दिन ते दीवा बाल, इस दीवे दे नाल भाई तेरे अंदर दी जन्मां जन्मां दी जिहड़ी आ ओह मैल कट्टी जाएगी। जन्मां जन्मां दे तेरे जिहड़े अंदर ये लगे हुए ने कई तरह के विकार ने, कई तरह की मैल वो सारी कट्टी जाएगी। एक भाई गुरदास साहब का बचन कह के समाप्ति कर लगे। इस पौड़ी नूं अज दे दिन हरमंदर साहब तो लैके सारियां जगह ते गाया जाना। दीवाली की रात दीवे बालीअन, तारे जात सनात अंबर भालीअन, फुल्लां दी बागात चुन चुन चालीअन, तीर्थ जाति जात नैण निहालीअन, हर चंदौरी झात वसायो चालीअन, गुरमुख सुख फल दात शब्द संभालीअन। आखिरी पंक्ति तो जे शुरू करिए, भाई गुरदास साहब कहते हैं भी जेड़े गुरमुखां ने शब्द नूं संभाल लिया, शब्द नूं वसा लिया, जेड़े शब्द नाल जुड़ गए उन्हां लई तां सारे दुनिया दे पदार्थ दिवाली दी रात दे दीवियां दी तरह ने।
ਦੀਵੇ ਮਿੰਟ ਕ ਜਗੇ ਫਿਰ ਹਨੇਰਾ। ਉਹ ਕਹਿੰਦੇ ਹੈ ਪਦਾਰਥ ਦਾ ਦੀਵਾਲੀ ਦੇ ਦੀਵਿਆਂ ਵਰਗਿਆ, ਕੁਝ ਕੁ ਸਮਾਂ ਆਨੰਦ ਆਇਆ ਤੇ ਫਿਰ ਦੇਖਦਿਆਂ ਦੇਖਦਿਆਂ ਬਿਖਰ ਗਏ। ਉਹਨਾਂ ਲਈ ਤਾਂ ਭਾਈ ਇਹ ਸੰਸਾਰ ਦੇ ਪਦਾਰਥ ਆ ਜਿਹੜੇ ਅੰਬਰ 'ਚ ਤਾਰੇ ਨੇ, ਇਹ ਤਾਰਿਆਂ ਦੀ ਤਰ੍ਹਾਂ ਜਿਹੜੇ ਕੁਝ ਕੁ ਸਮਾਂ ਚਮਕੇ ਸੂਰਜ ਚੜਿਆ ਅਲੋਪ ਹੋ ਗਏ। ਉਹਨਾਂ ਦੀ ਲਈ ਤਾਂ ਇਹ ਜਿਹੜੇ ਪਦਾਰਥ ਨੇ ਜਿਹੜੇ ਸ਼ਬਦ ਨਾਲ ਜੁੜ ਗਏ, ਫੁੱਲਾਂ ਦੇ ਫੁਲਵਾੜੀਆਂ ਵਿੱਚ ਖਿੜੇ ਹੋਏ ਫੁੱਲਾਂ ਵਰਗੇ ਆ। ਜਿਹੜਾ ਫੁੱਲ ਖਿੜ ਰਿਹਾ, ਫੁੱਲ ਦੇ ਖਿੜਨ ਦਾ ਅਰਥ ਸੰਕੇਤ ਇਹ ਆ ਕਿ ਫੁੱਲ ਟੁੱਟੇਗਾ ਵੀ। ਜਿਹੜਾ ਜਨਮ ਦਿਹਾੜਾ ਮਨਾ ਰਿਹਾ, ਉਹ ਜਨਮ ਦਿਹਾੜੇ ਦਾ ਸੰਕੇਤ ਇਹ ਆ ਕਿ ਇੱਕ ਦਿਨ ਮਰੇਗਾ ਵੀ। ਮਹਾਰਾਜ ਕਹਿੰਦੇ, ਭਾਈ ਗੁਰਦਾਸ ਸਾਹਿਬ ਕਹਿੰਦੇ ਜਿਹੜੇ ਸ਼ਬਦ ਨਾਲ ਜੁੜ ਗਏ ਉਹਨਾਂ ਲਈ ਪਦਾਰਥ ਬਗੀਚੀ ਦੇ ਫੁੱਲਾਂ ਵਰਗੇ ਨੇ, ਜਿਹੜਾ ਅੱਜ ਖਿੜ ਰਿਹਾ ਕੱਲ ਮੁਰਝਾਇਆ ਹੋਏਗਾ। ਕੁਝ ਪਲਾਂ ਦੀ ਜ਼ਿੰਦਗੀ ਹੈ। ਤੀਰਥ ਜਾਤੀ ਜਾਤ ਨੈਣ ਨਿਆਲ, ਜਿਵੇਂ ਤੀਰਥਾਂ ਤੇ ਜਾਂਦੇ ਆ ਬੜਾ ਮੇਲਾ ਹੁੰਦਾ, ਪਰ ਉਹ ਮੇਲਾ ਸਦਾ ਨਹੀਂ ਰਹਿੰਦਾ, ਕੁਝ ਦਿਨਾਂ ਦਾ ਹੁੰਦਾ, ਬਾਅਦ ਵਿੱਚ ਕੁਝ ਨਹੀਂ ਲੱਭਦਾ। ਸ਼ਬਦ ਨਾਲ ਜੁੜਨ ਵਾਲਿਆਂ ਨੂੰ ਲੱਗਦਾ ਇਹ ਸੰਸਾਰ ਦੇ ਪਦਾਰਥ ਤੀਰਥ ਦੇ ਮੇਲਿਆਂ ਵਰਗੇ ਆ, ਜਿਹੜੇ 4 ਦਿਨ ਸੁੱਖ ਦਿੰਦੇ ਆ, ਬਾਅਦ ਵਿੱਚ ਕੁਝ ਵੀ ਨਹੀਂ। ਹਰ ਚੰਦੌਰੀ ਝਾਤ ਵਸਾਏ ਉਚਾਲੀਅਨ। ਹਰ ਚੰਦੌਰੀ ਦਾ ਮਤਲਬ ਜਿਹੜੇ ਕਾਲਪਨਿਕ ਘਰ ਨੇ, ਕਾਲਪਨਿਕ ਜਿਵੇਂ ਸਮੁੰਦਰੀ ਜਹਾਜ਼ਾਂ ਵਿੱਚ ਨੇ ਇੱਕ ਫੋਕ ਦੀ ਤਹਿ ਬਣਦੀ ਹੈ, ਸੂਰਜ ਦੀ ਮੱਧਮ ਰੋਸ਼ਨੀ ਵਿੱਚ ਦੂਰੋਂ ਸ਼ਹਿਰ ਇਉਂ ਲੱਗਦਾ ਜਿਵੇਂ ਆਕਾਸ਼ ਵਿੱਚ ਸ਼ਹਿਰ ਵਸਿਆ, ਪਰ ਹੁੰਦਾ ਨਹੀਂ ਲੱਗਦਾ, ਉਹ ਸ਼ਹਿਰ ਹੁੰਦਾ ਨਹੀਂ ਲੱਗਦਾ। ਸ਼ਬਦ ਨਾਲ ਜੁੜਨ ਵਾਲਿਆਂ ਨੂੰ ਤਾਂ ਇਹ ਉਹ ਆਕਾਸ਼ ਵਿੱਚ ਬਣਿਆ ਹੋਇਆ ਘਰ ਸ਼ਹਿਰ ਹੀ ਜਾਪਦਾ ਵੀ, ਜਿਹੜਾ ਕਾਲਪਨਿਕ ਨੌਰ ਤੇ ਹੈ ਪਰ ਹੈ ਨਹੀਂ, ਹੁੰਦਾ ਨਹੀਂ ਉਹ। ਤਾਂ ਮਹਾਰਾਜ ਕਹਿੰਦੇ ਮ੍ਰਿਗ ਤ੍ਰਿਸ਼ਨਾ ਵੀ ਇਹਨੂੰ ਕਿਹਾ ਜਾਂਦਾ ਹੈ। ਤੇ ਜਿਹੜੇ ਭਾਈ ਗੁਰੂ ਦੇ ਸ਼ਬਦ ਨਾਲ ਜੁੜ ਜਾਣ, ਸਦਾ ਹੀ ਸੁੱਖ ਹੈ, ਸਦਾ ਹੀ ਖੁਸ਼ੀਆਂ ਖੇੜੇ ਬਣ ਜਾਂਦੇ ਆ। ਜਿਨ੍ਹਾਂ ਦੇ ਅੰਦਰ ਦੀਵਾ ਨਾਮ ਦਾ ਬਲ ਜਾਏ, ਉਹਨਾਂ ਦੀ ਜ਼ਿੰਦਗੀ 'ਚ ਕਦੇ ਅਮਾਵਸ ਦੀ ਰਾਤ ਨਹੀਂ ਆਉਂਦੀ, ਕਦੇ ਵਿਕਾਰਾਂ ਦੀ ਰਾਤ, ਕਦੇ ਅਗਿਆਨ ਦਾ ਹਨੇਰਾ ਨਹੀਂ ਆਉਂਦਾ। ਜਿਹੜੀ ਸਾਡੀ ਉਹ ਇੱਕ ਕਹਾਵਤ ਵੀ ਹੈ ਨਾ, ਜਿਹਦੇ ਅੰਦਰ ਨਾਮ ਦਾ ਦੀਵਾ ਬਲ ਜਾਏ, ਫਿਰ ਉਹ ਲੋਕ ਕੀ ਕਹਿੰਦੇ ਆ, ਸਦਾ ਦੀਵਾਲੀ ਸਾਧ ਦੀ ਅੱਠੇ ਪੈਰ ਬਸੰਤ। ਫਿਰ ਉਹਨਾਂ ਦੀ ਸਦਾ ਦੀਵਾਲੀ ਹੈ ਜਿਨ੍ਹਾਂ ਦੇ ਅੰਦਰ ਨਾਮ ਦਾ ਦੀਵਾ ਬਲ ਗਿਆ। ਇਸ ਲਈ ਨਾਮ ਦੇ ਦੀਵੇ ਬਾਲੀਏ। ਬਾਹਰਲੇ ਦੀਵੇ ਤਾਂ ਕਈ ਵਾਰ ਅਮੀਰ ਬੰਦੇ ਹੀ ਜਗਾ ਸਕਦੇ ਆ, ਗਰੀਬ ਰਹਿ ਜਾਂਦੇ ਆ। ਪੈਸੇ ਵਾਲੇ ਬਾਹਰਲੇ ਦੀਵੇ ਜਗਾ ਲੈਣਗੇ, ਗਰੀਬ ਕਿਵੇਂ ਜਗਾਏਗਾ ਜੀ? ਤਾਂ ਮਹਾਰਾਜ ਕਹਿੰਦੇ ਨਾਮ ਦਾ ਦੀਵਾ ਤਾਂ ਭਾਰੀ ਹਰ ਕੋਈ ਜਗਾ ਸਕਦਾ ਹੈ। ਅੱਜ ਨਾਮ ਦੇ ਦੀਵੇ ਵੀ ਅੰਦਰ ਬਾਲ ਲਈਏ, ਜਿਵੇਂ ਬਾਹਰਲਾ ਦੀਵਾ ਸੰਕੇਤ ਦੇ ਰਿਹਾ ਵੀ ਅੰਦਰ ਵੀ ਬਾਲ ਲੈ। ਅੰਦਰ ਜਗ ਗਿਆ ਤੇ ਸਾਡੇ ਅੰਦਰੋਂ ਹੀ ਗੁਰੂ ਤੇ ਪ੍ਰਮਾਤਮਾ ਦੇ ਦਰਸ਼ਨ ਹੋ ਜਾਣਗੇ। ਅੰਦਰੋਂ ਹੀ ਦਰਸ਼ਨ ਹੋ ਗਏ ਤੇ ਫਿਰ ਇਹ ਲੋਕ ਸੁਖੀਏ ਪਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ ਦੇ ਭਾਗੀ ਬਣ ਸਕੀਏ। ਇੰਨੀਆਂ ਬੇਨਤੀਆਂ ਪ੍ਰਵਾਨ, ਤਮਾਮ ਭੁੱਲਾਂ ਚੁੱਕਾਂ ਦੀ ਖਿਮਾ ਦਿਓ ਸੱਜਣ, ਅਸੀਂ ਸੜੀਆਂ ਜੋ ਹੋਵੇ ਸਾਹਿਬ ਸਿਓ ਮੇਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਨੰਦ ਸਾਹਿਬ ਰਾਮ ਕਲੀ ਮਹੱਲਾ ਤੀਜਾ। ਆਨੰਦ ਇੱਕ ਓੰਕਾਰ ਸਤਿਗੁਰ ਪ੍ਰਸਾਦ। ਆਨੰਦ ਪਿਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ। ਸਤਿਗੁਰ ਦਾ ਪਾਇਆ ਸਹਿਜ ਸੇਤੀ, ਮਨ ਵਜੀਆਂ ਵਾਧਾਈਆਂ। ਰਾਗ ਰਤਨ ਪਰਵਾਰ ਭਰੀਆਂ, ਸ਼ਬਦ ਗਾਵਣ ਆਈਆਂ। ਸਬਦੋ ਤੰਗਾਓ ਹਰੀ ਤੇਰਾ ਮਨ ਸਾਇਆ। ਕਹਿ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ। ਏ ਮਨ ਮੇਰਿਆ ਸਦਾ ਰਹੋ, ਹਰ ਨਾਲ ਰਹੋ ਤੂੰ ਮਨ ਮੇਰੇ, ਦੁਖ ਸਭ ਵਿਸਾਰਨਾ। ਅੰਗੀਕਾਰ ਹੋ ਕਰੇ ਤੇਰਾ ਕਾਰਜ ਸਭ ਸਵਾਰਣਾ। ਸਭਨਾ ਗੱਲਾਂ ਸਮਰੱਥ ਸੁਆਮੀ, ਸੋ ਕਿਉ ਮਨਹੁ ਵਿਸਾਰੇ। ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ। ਸਾਚੇ ਸਾਹਿਬਾ ਕਿਆ ਨਹੀਂ ਘਰ ਤੇਰਾ, ਘਰ ਤਾਂ ਤੇਰਾ ਸਭ ਕੁਛ ਹੈ, ਜਿਸ ਦੇਹ ਸੋ ਪਾਵੇ। ਸਦਾ ਸਿਫਤ ਸਲਾਹ ਤੇਰੀ, ਨਾਮ ਮਨ ਵਸਾਵੇ। ਨਾਮ ਜਿਨ ਕੈ ਮਨ ਵਸਿਆ, ਵਾਜੇ ਸ਼ਬਦ ਕਨੇਰੇ। ਕਹਿ ਨਾਨਕ ਸੱਚੇ ਸਾਹਿਬ ਕਿਆ ਨਹੀਂ ਘਰ ਤੇਰਾ, ਸਾਚਾ ਨਾਮ ਮੇਰਾ ਆਧਾਰੋ। ਸਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ। ਕਰ ਸਾਂਤ ਸੁਖ ਮਨ ਆਏ ਵਸਿਆ, ਜਿਨ ਇੱਛਾ ਸਭ ਪੁਜਾਈਆਂ। ਸਦਾ ਕੁਰਬਾਨ ਕੀਤਾ ਗੁਰੂ ਵਿਟੋ, ਜਿਸ ਦੀਆਂ ਇਹ ਵਡਿਆਈਆਂ। ਕਹਿ ਨਾਨਕ ਸੁਣੋ ਸੰਤੋ, ਸ਼ਬਦ ਤਰੋ ਪਿਆਰੋ। ਸਾਚਾ ਨਾਮ ਮੇਰਾ ਆਧਾਰੋ। ਵਾਜੇ ਪੰਜ ਸ਼ਬਦ ਤਿਤ ਘਰ ਸੁਭਾਗੈ, ਘਰ ਸੁਭਾਗੈ ਸ਼ਬਦ ਵਾਜੇ। ਕਲਾ ਜਿਤ ਕਰਤਾਰੀਆ, ਪੰਚ ਦੂਤ ਤੁਧ ਵਸ ਕੀਤੇ, ਕਾਲ ਕੰਟਕ ਮਾਰਿਆ। ਤੁਰ ਕਰਮ ਪਾਇਆ ਤੁਧ ਜਨ ਕਉਸੇ, ਨਾਮ ਹਰਿ ਕੈ ਲਾਗੇ। ਕਹਿ ਨਾਨਕ ਤਹਿ ਸੁਖ ਹੋਆ, ਤਿਤ ਘਰ ਅਨਹਦ ਵਾਜੇ। ਆਨੰਦ ਸੁਣੋ ਵਡ ਭਾਗੀ ਹੋ, ਸਗਲ ਮਨੋਰਥ ਪੂਰੇ। ਪਾਰ ਬ੍ਰਹਮ ਪਾਇਆ, ਉਤਰੇ ਸਗਲ ਵਿਸੂਰੇ। ਦੁਖ ਰੋਗ ਸੰਤਾਪ ਉਤਰੇ, ਸੁਣੀ ਸੱਚੀ ਬਾਣੀ। ਸੰਤ ਸਾਜਨ ਭਏ, ਸਰਸੇ ਪੂਰੇ ਗੁਰ ਤੇ ਜਾਣੀ। ਸੁਣਤੇ ਪੁਨੀਤ ਕਹਤੇ, ਪਵਿੱਤ ਸਤਿਗੁਰ ਰਹਿਆ ਭਰਪੂਰੇ। ਬਿਨਵੰਤ
ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ। ਸ਼ਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ। ਦਿਵਸ ਰਾਤ ਦੋਇ ਦਾਈ ਦਾਇਆ ਖੇਲੇ ਸਗਲ ਜਗਤ। ਚੰਗਿਆਈਆਂ ਬੁਰਾਈਆਂ ਵਾਚੈ ਧਰਮ ਹਦੂਰ। ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ। ਜਿਨੀ ਨਾਮ ਧਿਆਇਆ ਗਏ ਮਸਕਤ ਕਾਲ। ਨਾਨਕ ਤੇ ਮੁਖ ਉਜਲੇ ਕੀਤੀ ਛੁਟੀ ਨਾਲ। ਜਿਨੀ ਨਾਮ ਧਿਆਇਆ ਗਏ ਮਸਕਤ ਕਾਲ। ਨਾਨਕ ਤੇ ਮੁਖ ਉਜਲੇ ਕੀਤੀ ਛੁਟੀ ਨਾਲ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।